ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਕੰਨਿਆਦਾਨ ਦੇ ਨਾਲ। ਲਿਖਤ ਹੈ ਜੀ ਪ੍ਰਸਿੱਧ ਕਹਾਣੀਕਾਰ ਡਾਕਟਰ ਇਕਬਾਲ ਸਿੰਘ ਸਕਰਾਦੀ ਜੀ ਦੀ। ਆਸ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਵਰਿੰਦਰ ਕੌਰ ਦੇ ਬੀਐਡ ਦੇ ਪੇਪਰ ਅਜੇ ਪੂਰੇ ਹੋਏ ਸਨ ਕਿ ਉਸਦੇ ਨਾਨਕੇ ਘਰ ਮਾਮੇ ਦੀ ਧੀ ਪੁਨੀਤ ਕੌਰ ਦਾ ਨਵਾਂ ਪਿੰਡ ਵਿਆਹ ਆ ਗਿਆ। ਕੁਝ ਤਾਂ ਪੇਪਰਾਂ ਦਾ ਮਣਾ ਮੂੰਹੀ ਭਾਰ ਸਿਰ ਤੋਂ ਲੱਥਣ ਕਾਰਨ, ਦੂਜਾ ਪੁਨੀਤ ਦੇ ਵਿਆਹ ਤੇ ਜਾਣ ਦੀ ਖੁਸ਼ੀ ਨਾਲ ਕੁੜੀ ਨੂੰ ਤਾਂ ਜਿਵੇਂ ਨਵਾਂ ਹੀ ਰੂਪ ਚੜ ਗਿਆ ਹੋਵੇ। ਧਰਤੀ ਤੇ ਉਹਦੀ ਅੱਡੀ ਨਹੀਂ ਸੀ ਲੱਗਦੀ। ਉਹ ਆਪਣੇ ਮੰਮੀ ਡੈਡੀ ਨਾਲ ਚਾਈਂ ਚਾਈਂ ਵਿਆਹ ਵਿੱਚ ਸ਼ਾਮਲ ਹੋਈ। ਵਰਿੰਦਰ ਦਾ ਰੰਗ ਗਾਜਰ ਵਰਗਾ ਲਾਲ ਸੁਰਖ ਸੀ। ਉਹਦਾ ਕੱਦ 5 ਫੁੱਟ 7 ਇੰਚ। ਸਿਹਤ ਪੱਖੋਂ ਭਰਵੇਂ ਜੁੱਸੇ ਦੀ ਹੋਣ ਕਾਰਨ ਉਹ ਸਹੀ ਅਰਥਾਂ ਵਿੱਚ ਹੀਰ ਸਲੇਟੀ ਜਾਪਦੀ। ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਹੀ ਉਹ ਸਕੂਲ ਦੀਆਂ 11ਵੀਂ 12ਵੀਂ ਦੀਆਂ ਕੁੜੀਆਂ ਤੋਂ ਵੱਧ ਸੋਹਣੀ ਸੁਨੱਖੀ ਤੇ ਹੁੰਦੜਹੇਲ ਸੀ। ਉਹ ਸਾਰੀਆਂ ਤੋਂ ਵਧੇਰੇ ਜੱਚਦੀ ਫੱਬਦੀ ਸੀ। ਉਸ ਦੀ ਲਿਆਕਤ ਤੇ ਸੁਹੱਪਣ ਨੂੰ ਵੇਖਦਿਆਂ ਹੀ ਸਕੂਲ ਵਿੱਚ ਪੜ੍ਹਾਉਂਦੀ ਅੰਗਰੇਜ਼ੀ ਲੈਕਚਰਰ ਮਨਜਿੰਦਰ ਕੌਰ ਨੇ ਉਸ ਨੂੰ ਗਿੱਧੇ ਦੀ ਟੀਮ ਦੀ ਇੰਚਾਰਜ ਬਣਾ ਦਿੱਤਾ ਸੀ। ਉਸੇ ਵੇਲੇ ਤੋਂ ਧਰਤੀ ਤੇ ਉਸ ਦੇ ਪੱਬ ਨਹੀਂ ਸਨ ਲੱਗਦੇ। ਭਾਵੇਂ ਉਸ ਸਮੇਂ 12ਵੀਂ ਵਿੱਚ ਪੜ੍ਹਦੀਆਂ ਹੁਸਨਦੀਪ ਤੇ ਪਰਵਿੰਦਰ ਕੌਰ ਦੋਵੇਂ ਗਿੱਧੇ ਦੀਆਂ ਕੁੜੀਆਂ ਨੇ ਦੱਬੀ ਜ਼ਬਾਨ ਨਾਲ ਆਪਣਾ ਰੋਸ ਜਤਾਇਆ ਸੀ, ਪਰੰਤੂ ਹੁਸਨ ਰੰਗ ਰੂਪ, ਉੱਚੀ ਲੰਮੀ ਕੱਦ ਕਾਠ ਵਾਲੀ ਭਰਵੇਂ ਜੁੱਸੇ ਦੀ ਮਾਲਕ ਵਰਿੰਦਰ ਦੀਆਂ ਗਿੱਧੇ ਦੀਆਂ ਮਨਮੋਹਕ ਅਦਾਵਾਂ ਸਾਹਮਣੇ ਸਕੂਲ ਦੀ ਗਿੱਧੇ ਦੀ ਟੀਮ ਦੀਆਂ ਹੋਰ ਕੁੜੀਆਂ ਉਸ ਦੇ ਸਾਹਮਣੇ ਨਹੀਂ ਟਿਕਦੀਆਂ ਸਨ। ਇਸ ਕਰਕੇ ਸਕੂਲ ਦੀਆਂ ਸਾਰੀਆਂ ਕੁੜੀਆਂ ਨੇ ਹੀ ਗਿੱਧੇ ਵਿੱਚ ਉਸ ਦੀ ਸਰਦਾਰੀ ਨੂੰ ਕਬੂਲ ਕਰ ਲਿਆ ਸੀ। ਇਹਦੇ ਵਿੱਚ ਹੀ ਆਪਣਾ ਭਲਾ ਮੰਨ ਲਿਆ ਸੀ। ਉਸ ਦੀ ਅਗਵਾਈ ਵਿੱਚ ਸਕੂਲ ਦੀ ਗਿੱਧੇ ਦੀ ਟੀਮ ਬਲਾਕ, ਜ਼ਿਲ੍ਹਾ, ਸਟੇਟ ਪੱਧਰ ਤੇ ਹਮੇਸ਼ਾ ਜਿੱਤ ਪ੍ਰਾਪਤ ਕਰਕੇ ਵਾਪਸ ਮੁੜਦੀ ਸੀ। ਇਸ ਪ੍ਰਕਾਰ ਉਹਨਾਂ ਦੇ ਸਕੂਲ ਦੀ ਗਿੱਧੇ ਦੀ ਟੀਮ ਦਾ ਪੂਰਾ ਨਾਂ ਚੱਲਦਾ ਸੀ। 15 ਅਗਸਤ ਨੂੰ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਵਿੱਚ ਵੀ ਵਰਿੰਦਰ ਵਾਲੀ ਗਿੱਧੇ ਦੀ ਟੀਮ ਹੀ ਮੋਹਰੀ ਰਹੀ ਸੀ। ਵਿਆਹ ਵਾਲੇ ਘਰ ਰਾਤ ਨੂੰ ਜਾਗੋ ਕੱਢਣ ਸਮੇਂ ਉਸ ਵੱਲੋਂ ਪਹਿਨਿਆ ਮੂੰਗੀਆ ਰੰਗ ਦਾ ਸੂਟ ਬਾਕੀ ਸਾਰੀਆਂ ਮੇਲਣਾਂ ਦੇ ਘੱਗਰੇ, ਫੁਲਕਾਰੀਆਂ, ਰੰਗ ਬਰੰਗੇ ਦੁਪੱਟਿਆਂ ਨੂੰ ਵੀ ਮਾਤ ਪਾਉਂਦਾ ਸੀ। ਸਕੂਲ ਤੇ ਕਾਲਜ ਵਿੱਚ ਪੜ੍ਹਦਿਆਂ ਗਿੱਧੇ ਵਿੱਚ ਸਰਦਾਰੀ ਰਹਿਣ ਕਾਰਨ ਵਿਆਹ ਵਾਲੇ ਘਰ ਬੋਲੀਆਂ ਪਾਉਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਨਵਾਂ ਪਿੰਡ ਵਿਆਹ ਦੇਖ ਕੇ ਚੌਥੇ ਦਿਨ ਉਹ ਆਪਣੇ ਮੰਮੀ ਡੈਡੀ ਨਾਲ ਵਾਪਸ ਆਪਣੇ ਪਿੰਡ ਆ ਗਈ। ਘਰ ਆਉਂਦਿਆਂ ਹੀ ਉਸ ਦੇ ਡੈਡੀ ਕਰਤਾਰ ਸਿੰਘ ਸੋਹੀ ਨੇ ਆਪਣੀ ਪਤਨੀ ਨੂੰ ਕਿਹਾ, ਗੁਰਨਾਮ ਕੁਰੇ, ਵਿਆਹ ਤਾਂ ਕੁੜੀ ਦਾ ਉਹਨਾਂ ਫੰਨੇ ਕੀਤਾ, ਦਾਜ ਦਹੇਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹਾਂ ਵੀਰੀ ਦੇ ਬਾਪੂ, ਵਿਆਹ ਦੇ ਤਾਂ ਕੇਰਾਂ ਪੂਰੇ ਛੰਡ ਕੱਢਦੇ। ਇੰਨਾ ਦਿੱਤ ਦੇਣ ਕੀਤਾ, ਲੋਕਾਂ ਦੀਆਂ ਅੱਖਾਂ ਹੀ ਟੱਡੀਆਂ ਰਹਿ ਗਈਆਂ, ਪਤਨੀ ਨੇ ਕਿਹਾ। ਫਿਰ ਉਸਨੇ ਇੱਧਰ ਉੱਧਰ ਨਜ਼ਰਾਂ ਘੁਮਾ ਕੇ ਪੁੱਛਿਆ, ਮੈਂ ਕਿਹਾ ਵੀਰੀ ਨਹੀਂ ਦਿੰਦੀ ਕਿਤੇ? ਨਹਾਉਣ ਗਈ ਆ ਜਾਂਦੀ ਆ ਹੁਣੇ। ਤਦ ਉਸਨੇ ਖੰਗੂਰਾ ਮਾਰ ਕੇ ਆਪਣੇ ਗਲਾ ਸਾਫ਼ ਕਰਦਿਆਂ ਹੋਇਆਂ ਕਿਹਾ, ਸੁੱਖ ਨਾਲ ਆਪਣੀ ਵੀਰੀ ਵੀ ਜਵਾਨ ਹੋ ਗਈ ਆ। ਉੱਥੇ ਵਿਆਹ ਵਿੱਚ ਬਰਾਤ ਵੱਲੋਂ ਕਾਲੇ ਝਾੜ ਪਿੰਡ ਤੋਂ ਆਇਆ ਇੱਕ ਮੁੰਡਾ ਮੈਨੂੰ ਬੜਾ ਪਸੰਦ ਆਇਆ। ਮੈਨੂੰ ਲੱਗਦਾ ਜੇ ਕਿਤੇ ਆਪਣੀ ਵੀਰੀ ਦਾ ਉਹ ਸਾਕ ਲੈ ਲੈਣ ਤਾਂ ਸਾਰੀ ਉਮਰ ਬਹਿ ਕੇ ਰਾਜ ਕਰੇਗੀ। ਇੱਕੋ ਇੱਕ ਮੁੰਡਾ ਅਗਲਿਆਂ ਦੇ 18 ਕਿੱਲੇ ਜ਼ਮੀਨ ਆਉਂਦੀ ਹੈ ਜੱਟ ਦੇ ਪੁੱਤ ਨੂੰ, ਝੋਟੇ ਦੇ ਸਿਰ ਅਰਗੀ। ਆਪਣੇ ਹੱਥ ਦੀ ਪਹਿਲੀ ਉਂਗਲ ਨਾਲ ਆਪਣੇ ਮੱਥੇ ਤੇ ਖਾਜ ਕਰਦਿਆਂ ਉਹ ਬੋਲੀ, 18 ਏਕੜ ਤਾਂ ਠੀਕ ਹੈ ਨਾ, ਮੁੰਡਾ ਪੜ੍ਹਿਆ ਲਿਖਿਆ ਕਿੰਨਾ? ਲੈ ਹੈ, ਤਾਂ ਹੀ ਤਾਂ ਕਹਿੰਦੇ ਨੇ ਕਿ ਤੀਵੀਂ ਦੀ ਮੱਤ ਗੁੱਤ ਪਿੱਛੇ ਹੁੰਦੀ ਆ। 18 ਏਕੜ ਜ਼ਮੀਨ ਦਾ ਮਾਲਕ ਭਾਵੇਂ ਪੜ੍ਹਿਆ ਲਿਖਿਆ ਜਿੰਨਾ ਮਰਜ਼ੀ ਹੋਵੇ, ਉਹਨੇ ਕਿਹੜਾ ਕਿਤੇ ਕਿਤਾਬਾਂ ਲਿਖਣੀਆਂ ਜਾਂ ਕਿਤੇ ਨੌਕਰੀ ਕਰਨੀ ਆ। 18 ਏਕੜ ਜ਼ਮੀਨ ਦਾ ਤਾਂ ਠੇਕਾ ਹੀ ਨਹੀਂ ਮੁੱਕਦਾ, ਚਾਹੇ ਬੰਦਾ ਖੜ ਖੜ ਕੇ ਘਿਓ ਪੀਵੀ ਜਾਵੇ। ਅਜੇ ਦੋਵੇਂ ਜੀ ਇਹ ਗੱਲਾਂ ਕਰ ਹੀ ਰਹੇ ਸਨ ਕਿ ਉਸੇ ਵੇਲੇ ਵਰਿੰਦਰ ਵੀ ਨਹਾ ਕੇ ਉਹਨਾਂ ਦੇ ਕੋਲ ਆ ਗਈ। ਉਸਨੇ ਆਪਣੇ ਡੈਡੀ ਕੋਲ ਮੰਜੇ ਤੇ ਬੈਠਦਿਆਂ ਕਿਹਾ, ਡੈਡੀ ਜੀ, ਮੇਰੇ ਬੀਐਡ ਦੇ ਪੇਪਰ ਪੂਰੇ ਹੋ ਗਏ ਨੇ। ਮੇਰੀ ਬੀਐਡ ਵਾਲੀ ਸਹੇਲੀ ਕਮਲਜੀਤ ਯੂਨੀਵਰਸਿਟੀ ਪੜ੍ਹਨ ਲਈ ਜਾ ਰਹੀ ਆ। ਮੈਂ ਵੀ ਐਮਏ ਅੰਗਰੇਜ਼ੀ ਯੂਨੀਵਰਸਿਟੀ ਵਿੱਚ ਰਹਿ ਕੇ ਕਰਨਾ ਚਾਹੁੰਦੀ ਹਾਂ। ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਆਪਣਾ ਫਾਰਮ ਭਰ ਦੇਵਾਂ। ਧੀ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਪਿਓ ਨੇ ਕਿਹਾ, ਦੇਖ ਪੁੱਤਰ, ਮੈਂ ਤਾਂ 12ਵੀਂ ਤੋਂ ਬਾਅਦ ਹੀ ਤੇਰਾ ਵਿਆਹ ਕਰਨਾ ਚਾਹੁੰਦਾ ਸੀ, ਪਰੰਤੂ ਤੂੰ ਕਿਹਾ ਮੈਨੂੰ ਬੀਏ ਕਰ ਲੈਣ ਦਿਓ। ਮੈਂ ਤੇਰੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਹੋਇਆਂ ਤੈਨੂੰ ਬੀਐਡ ਵੀ ਕਰਵਾ ਦਿੱਤੀ। ਨਾਲੇ ਪੁੱਤ, ਆਪਾਂ ਜੱਟ ਜ਼ਿਮੀਂਦਾਰ ਦੀਆਂ ਧੀ ਨੇ ਜ਼ਰੂਰੀ ਜਵਾਕਾਂ ਦੀਆਂ ਨਲੀਆਂ ਪੂੰਝਣੀਆਂ, ਨਾਲੇ ਜ਼ਰੂਰੀ ਮੱਥਾ ਮਾਰਨਾ ਉਹਨਾਂ ਲਾਗੀਆਂ ਤਿੱਥੀਆਂ ਦੇ ਜਵਾਕਾਂ ਨਾਲ। ਮੈਂ ਤੇਰੇ ਲਈ ਕਾਲੇ ਝਾੜ ਤੋਂ ਕਹਿੰਦੇ ਕਹਾਉਂਦੇ ਸਰਦਾਰਾਂ ਦਾ ਮੁੰਡਾ ਪਸੰਦ ਕੀਤਾ। ਕੱਲਾ ਕੱਲਾ ਪੁੱਤ ਆ,
18 ਕਿੱਲੇ ਜ਼ਮੀਨ ਆਉਂਦੀ ਆ, ਝੋਟੇ ਦੇ ਸੈਰ ਵਰਗੀ। ਮੁੰਡਾ ਦੇਖਣ ਪਾਖਣ ਨੂੰ ਇੰਨਾ ਸੋਹਣਾ ਸੁਨੱਖਾ, ਬਸ ਪੁੱਛੋ ਹੀ ਕੁਝ ਨਾ। ਮੁੰਡੇ ਨੂੰ ਦੇਖ ਕੇ ਭੁੱਖ ਲੈਂਦੀ ਆ। ਮੈਂ ਤਾਂ ਪਨੀਤ ਦੇ ਵਿਆਹ ਤੇ ਮੁੰਡੇ ਨੂੰ ਵੇਖ ਕੇ ਉਦੋਂ ਹੀ ਪਸੰਦ ਕਰ ਲਿਆ ਸੀ। ਬਾਕੀ ਪੁੱਤ ਤੂੰ ਦੱਸ ਦੇ ਆਪਣੇ ਮਨ ਦੀ ਗੱਲ। ਇੱਕ ਵਾਰੀ ਤਾਂ ਆਪਣੇ ਡੈਡੀ ਦੇ ਮੂੰਹੋਂ ਸੋਹਣਾ ਸੁਨੱਖਾ ਤੇ 18 ਕਿੱਲਿਆਂ ਦਾ ਮਾਲਕ ਮੁੰਡਾ ਸੁਣ ਕੇ ਉਸ ਦਾ ਕਮਲ ਦੇ ਫੁੱਲ ਵਾਂਗ ਖਿੜਿਆ ਚਿਹਰਾ ਸੁਰਖ ਲਾਲ ਭਾ ਮਾਰਨ ਲੱਗ ਪਿਆ। ਫਿਰ ਉਸਦੇ ਆਪਣੇ ਜਵਾਨੀ ਦੇ ਮਚਲਦੇ ਭਾਵਾਂ ਨੂੰ ਅੰਦਰੋਂ ਅੰਦਰੀ ਦਬਾ ਕੇ ਪੁੱਛਿਆ, ਡੈਡੀ ਭਲਾ ਮੁੰਡਾ ਪੜ੍ਹਿਆ ਲਿਖਿਆ ਕਿੰਨਾ? ਆਪਣੀ ਧੀ ਦੇ ਸਵਾਲ ਨੂੰ ਸੁਣ ਕੇ ਉਹ ਬੋਲਿਆ, ਪੁੱਤ ਤੈਨੂੰ ਦੱਸਿਆ ਤਾਂ ਹੈ ਕਿ ਉਹ 18 ਕਿੱਲਿਆਂ ਦਾ ਮਾਲਕ ਹੈ। ਪੜ੍ਹਾਈ ਲਿਖਾਈ ਕਰਾ ਕੇ ਆਪਾਂ ਕਿਹੜਾ ਉਹਨੂੰ ਬੈਂਕ 'ਚ ਨੋਟ ਗਿਣ ਲਾਉਣਾ। 18 ਕਿੱਲੇ ਠੇਕੇ ਤੇ ਦੇ ਕੇ ਦੋਵੇਂ ਜੀ ਸੁੱਖ ਨਾਲ ਰੋਟੀ ਖਾਇਓ। ਉਂਝ ਮੈਨੂੰ ਮੁੰਡੇ ਦੇ ਪਿਓ ਨੇ ਇਹ ਤਾਂ ਦੱਸਿਆ ਸੀ ਕਿ ਸਕੂਲ ਵਿੱਚੋਂ 12ਵੀਂ ਪਾਸ ਕੀਤੀ ਆ। ਬਾਕੀ ਪੁੱਤ ਇਹ ਪੜ੍ਹਾਈਆਂ ਲਿਖਾਈਆਂ ਤਾਂ ਉਹਨਾਂ ਲੋਕਾਂ ਲਈ ਨੇ ਜਿਨ੍ਹਾਂ ਕੋਲੇ ਕੋਈ ਜੱਦੀ ਪੁਸ਼ਤੀ ਜ਼ਮੀਨ ਜਾਇਦਾਦ ਨਹੀਂ ਹੈਗੀ। ਤਕੜੇ ਸਰਦਾਰਾਂ ਦੇ ਪੁੱਤ ਤਾਂ 10-12 ਜਮਾਤਾਂ ਪੜ੍ਹ ਜਾਣ ਤਾਂ ਬਥੇਰੀਆਂ ਹੁੰਦੀਆਂ। ਨਾਲੇ ਜੱਟ ਜ਼ਿਮੀਂਦਾਰਾਂ ਤੇ ਸਰਦਾਰਾਂ ਦੇ ਪੁੱਤਾਂ ਨੇ ਤਾਂ ਐਸ਼ ਕਰਨੀ ਹੁੰਦੀ ਆ, ਜਿਹੜੀ ਧੁਰੋਂ ਲਿਖੀ ਆਉਂਦੀ ਆ। ਆਪਣੇ ਡੈਡੀ ਦੀਆਂ ਸਰਮਾਏਦਾਰੀ ਵਾਲੀਆਂ ਸਾਰੀਆਂ ਗੱਲਾਂ ਸੁਣ ਕੇ ਕੁੜੀ ਬੋਲੀ, ਡੈਡੀ ਘੱਟ ਪੜ੍ਹੇ ਮੁੰਡੇ ਨਾਲ ਮੇਰੇ ਵਿਚਾਰ ਨਹੀਂ ਉਹ ਮਿਲਣੇ। ਮੈਂ ਹਮੇਸ਼ਾ ਤੁਹਾਡੇ ਹਰੇਕ ਹੁਕਮ ਅੱਗੇ ਆਪਣਾ ਸੀਸ ਝੁਕਾਇਆ ਹੈ। ਜੇਕਰ ਮੇਰੇ ਦਿਲ ਦੀ ਪੁੱਛੋ ਤਾਂ ਇਹ ਰਿਸ਼ਤਾ ਤਾਂ ਰਹਿਣ ਹੀ ਦਿਓ। ਬਾਕੀ ਤੁਸੀਂ ਆਪ ਸਿਆਣੇ ਤੇ ਤਜਰਬੇਕਾਰ ਹੋ। ਇੰਨਾ ਕਹਿ ਕੇ ਉਹ ਉੱਥੋਂ ਉੱਠ ਕੇ ਅੰਦਰ ਚਲੀ ਗਈ। ਹੁਣ ਤੱਕ ਕੋਲ ਬੈਠੀ ਗੁਰਨਾਮ ਪਿਓ ਦੀਆਂ ਸਾਰੀਆਂ ਗੱਲਾਂ ਚੁੱਪਚਾਪ ਸੁਣਦੀ ਰਹੀ ਸੀ। ਧੀ ਦਾ ਉੱਠ ਕੇ ਜਾਂਦੀ ਦਾ ਉਤਰਿਆ ਚਿਹਰਾ ਉਹਦੀ ਮਾਂ ਨੇ ਵੇਖ ਲਿਆ ਸੀ, ਪੜ੍ਹ ਵੀ ਲਿਆ ਸੀ। ਆਖਰ ਇੱਕ ਮਾਂ ਹੀ ਆਪਣੀ ਧੀ ਦੇ ਹਿਰਦੇ ਨੂੰ ਪੜ੍ਹ ਸਕਦੀ ਆ, ਉਸ ਦੇ ਦਿਲ ਦੀ ਥਾਂ ਪਾ ਸਕਦੀ ਆ। ਉਹਨੇ ਬੀਰੀ ਦੇ ਡੈਡੀ ਨੂੰ ਕਿਹਾ, ਦੇਖ ਬੀਰੀ ਦੇ ਡੈਡੀ, ਜੇ ਮੇਰੀ ਪੁੱਛਦਾ ਤਾਂ ਕੁੜੀ ਨੂੰ ਇਹ ਮੁੰਡਾ ਪੂਰਾ ਭਰ ਵੀ ਪਸੰਦ ਨਹੀਂ। ਦੂਜਾ ਆਪਣੀ ਕੁੜੀ 'ਚ ਕੋਈ ਕਿਹੜਾ ਕਾਜਾ ਬਈ ਮੱਲੋ ਮੱਲੀ ਉਹਨੂੰ ਕਿਤੇ ਸੁੱਟ ਦਈਏ। ਚੰਗੇ ਪੜ੍ਹੇ ਲਿਖੇ ਜ਼ਮੀਨ ਜਾਇਦਾਦ ਵਾਲੇ ਅਫਸਰ ਲੱਗੇ ਮੁੰਡੇ ਹੋਰ ਬਥੇਰੇ ਮਿਲ ਜਾਣਗੇ। ਜੇ ਮੇਰੀ ਮੰਨਦਾ ਤਾਂ ਇਹ ਮੁੰਡੇ ਦੀ ਤਾਂ ਘਰ ਵਿੱਚ ਗੱਲ ਹੀ ਨਾ ਛੇੜ। ਆਪਣੀ ਘਰਵਾਲੀ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਭੜਕ ਕੇ ਉਹ ਬੋਲਿਆ, ਤੁਹਾਡੀ ਜਨਾਨੀਆਂ ਦੀ ਮੱਤ ਤਾਂ ਗਿੱਚੀ ਪਿੱਛੇ ਹੁੰਦੀ ਆ। ਤੁਹਾਨੂੰ ਕੀ ਪਤਾ ਦੁਨੀਆ ਕਿੱਥੇ ਵਸਦੀ ਆ। ਤੁਸੀਂ ਦੋਵੇਂ ਮਾਂ ਧੀ ਕੰਨ ਖੋਲ ਕੇ ਸੁਣ ਲਓ ਮੇਰੀ ਗੱਲ। ਚਾਹੇ 30 ਕਾਲ ਦੁਨੀਆ ਇੱਧਰ ਦੀ ਉੱਧਰ ਹੋ ਜੇ, ਬੀਰੀ ਨੂੰ ਤਾਂ ਮੈਂ ਕਾਲੇ ਝਾੜ ਵਾਲੇ ਮੁੰਡੇ ਨਾਲ ਹੀ ਵਿਆਹੂੰਗਾ। ਉਹ ਆਪਣੇ ਘਰ ਵਾਲੇ ਦੀ ਧਮਕੀ ਨੁਮਾ ਹੁਕਮ ਸੁਣ ਕੇ ਚੁੱਪ ਹੋ ਗਈ ਸੀ। ਉਹ ਉਸੇ ਵੇਲੇ ਆਪਣਾ ਬੁਲਟ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ ਸੀ। ਉਹ ਬਰਾਂਡੇ ਵਿੱਚ ਉੱਠ ਕੇ ਅੰਦਰ ਆਪਣੀ ਧੀ ਕੋਲ ਚਲੀ ਗਈ। ਕੁੜੀ ਮੰਜੇ ਤੇ ਮੂਧੇ ਮੂੰਹ ਲੰਮੀ ਪਈ ਸੀ। ਉਸਨੇ ਆਪਣੀ ਧੀ ਦੇ ਨਾਲ ਮੰਜੇ ਤੇ ਬੈਠਦਿਆਂ ਹੋਇਆਂ ਕਿਹਾ, ਦੇਖ ਧੀਏ, ਤੇਰੇ ਪਿਓ ਦੇ ਅੜੀਅਲ ਵਤੀਰੇ ਦਾ ਤਾਂ ਤੈਨੂੰ ਪਤਾ ਹੀ ਆ। ਇਸ ਲਈ ਮੇਰੀ ਰਾਣੀ ਧੀ, ਤੂੰ ਇਸ ਤਰ੍ਹਾਂ ਦਿਲ ਨਾ ਸੱਟ। ਜੇ ਮੁੰਡਾ ਘੱਟ ਪੜ੍ਹਿਆ ਲਿਖਿਆ ਤਾਂ ਕੀ ਆ, ਬਸ ਮੁੰਡਾ ਹਾਣ ਪ੍ਰਵਾਨ ਹੋਣਾ ਚਾਹੀਦਾ। ਉਹ ਲੰਮੀ ਪਈ ਉੱਠ ਕੇ ਬੈਠ ਗਈ। ਉਹਨੇ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਫੜਦਿਆਂ ਕਿਹਾ, ਮੰਮਾ, ਜੇ 12ਵੀਂ ਪਾਸ ਮੁੰਡੇ ਨਾਲ ਹੀ ਮੈਨੂੰ ਵਿਆਹੁਣਾ ਸੀ, ਫਿਰ ਮੈਨੂੰ ਇੰਨਾ ਪੜ੍ਹਾਉਣਾ ਲਿਖਾਉਣਾ ਕਾਹਦੇ ਲਈ ਸੀ। ਧੀ ਦੀ ਗੱਲ ਸੁਣ ਮਾਂ ਨਿਰਉੱਤਰ ਹੋ ਗਈ ਸੀ। 6 ਮਹੀਨਿਆਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਵਰਿੰਦਰ ਦਾ ਵਿਆਹ ਪੂਰੇ ਸ਼ਾਹੀ ਠਾਠ ਬਾਠ ਨਾਲ ਕਾਲੇ ਝਾੜ ਦੇ ਸਰਦਾਰਾਂ ਦੇ ਪੁੱਤ ਕਰਨੈਲ ਸਿੰਘ ਨਾਲ ਹੋ ਗਿਆ। ਸਰਦਾਰ ਨੇ ਆਪਣੀ ਇਕਲੌਤੀ ਧੀ ਨੂੰ ਦਾਜ ਦਹੇਜ ਦੇਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਉਸ ਵੱਲੋਂ ਧੀ ਦੇ ਕੀਤੇ ਵਿਆਹ ਦੀ ਚਰਚਾ ਆਪਣੇ ਪਿੰਡ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਕਈ ਮਹੀਨੇ ਹੁੰਦੀ ਰਹੀ। ਵਿਆਹ ਤੋਂ ਅਗਲੀ ਰਾਤ ਵਰਿੰਦਰ ਨੂੰ ਉਸਦੇ ਸਹੁਰੇ ਘਰ ਵਿੱਚੋਂ ਕਰਨੈਲ ਦੇ ਚਾਚੇ ਦੀ ਵਿਆਹੀ ਵਰੀ ਧੀ ਗੁਰਦੀਪ ਕੌਰ ਉਸ ਨੂੰ ਸ਼ਗਨਾਂ ਵਾਲੀ ਸੁਹਾਗਰਾਤ ਮਨਾਉਣ ਲਈ ਸਜੇ ਸੰਵਾਰੇ ਬੈੱਡਰੂਮ ਵਿੱਚ ਲੈ ਆਈ। ਗੁਰਦੀਪ ਨੂੰ ਵਿਆਹ ਵਿੱਚ ਆਈ ਨੂੰ ਪਤਾ ਹੀ ਨਾ ਲੱਗਾ ਕਿ ਉਸਦੀ ਹੋਣ ਵਾਲੀ ਭਾਬੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ, ਉੱਚੀ ਲੰਮੀ, ਕੱਦਾਵਰ ਤੇ ਚੰਗੀ ਪੜ੍ਹੀ ਲਿਖੀ ਮੁਟਿਆਰ ਆ। ਆਪਣੀ ਭਾਬੀ ਦੇ ਗੁਲਾਬੀ ਰੰਗਤ ਨਾਲ ਖਿੜੇ ਚਿਹਰੇ ਨੂੰ ਵੇਖਦਿਆਂ ਹੋਇਆਂ ਉਸਨੇ ਕਿਹਾ, ਹਾਏ ਭਾਬੀ, ਤੈਨੂੰ ਕਿੰਨਾ ਰੂਪ ਚੜਿਆ, ਜਿਵੇਂ ਅਰਸ਼ੋਂ ਉਤਰੀ ਹੂਰ ਹੋਵੇ। ਫਿਰ ਉਸਨੇ ਆਪਣੇ ਮਨ ਹੀ ਮਨ ਸੋਚਿਆ, ਕਾਸ਼ ਜੇ ਕਿਤੇ ਰੰਗ ਰੂਪ, ਹੁਸਨ, ਜਵਾਨੀ, ਖੂਬਸੂਰਤੀ ਦੇ ਨਾਲ ਨਾਲ ਰੱਬ ਸੱਚਾ ਭਾਬੀ ਦੀ ਕਿਸਮਤ ਵੀ ਚੰਗੀ ਲਿਖ ਦਿੰਦਾ। ਇਹ ਸੋਚਦਿਆਂ ਸੋਚਦਿਆਂ ਉਸਦੀਆਂ ਅੱਖਾਂ ਵਿੱਚ ਪਾਣੀ ਸਿਮ ਆਇਆ ਸੀ। ਉਹ ਆਪਣੀ ਭਾਬੀ ਨੂੰ ਕੁਝ ਵੀ ਕਹੇ ਬਿਨਾਂ
ਆਪਣੇ ਦੁਪੱਟੇ ਨਾਲ ਅੱਖਾਂ ਪੂੰਝਦੀ ਕਮਰੇ ਵਿੱਚੋਂ ਬਾਹਰ ਚਲੀ ਗਈ ਸੀ। ਨਵੀਂ ਵਿਆਹਲੀ ਬਰਿੰਦਰ ਸੋਹਣੀ ਸਜੀ ਸੇਜ ਤੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਬੈਠੀ ਆਉਣ ਵਾਲੇ ਹਸੀਨ ਪਲਾਂ ਦੀ ਕਲਪਨਾ ਵਿੱਚ ਗੁਆਚ ਗਈ। ਉਸਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਖਿਆਲਾਂ ਵਿੱਚ ਖੋਈ ਹੋਈ ਦੀ ਉਸਦੀ ਅੱਖ ਲੱਗ ਗਈ। ਉਸੇ ਵੇਲੇ ਕਰਨੈਲ ਸਿੰਘ ਕਮਰੇ ਅੰਦਰ ਆ ਵੜਿਆ। ਬਹੁਤੀ ਸ਼ਰਾਬ ਦੇ ਨਸ਼ੇ ਕਾਰਨ ਉਸਦਾ ਠੇਡਾ ਡਬਲ ਬੈੱਡ ਦੇ ਨਾਲ ਪਈ ਸਟੂਲ ਤੇ ਜਾ ਵੱਜਿਆ। ਸਟੂਲ ਦੇ ਕੰਧ ਨਾਲ ਵੱਜਣ ਕਰਕੇ ਖੜਕਾ ਵਧੇਰੇ ਹੋਣ ਕਾਰਨ ਬਰਿੰਦਰ ਦੀ ਅੱਖ ਖੁੱਲ ਗਈ ਸੀ। ਫਿਰ ਉਸਨੂੰ ਚੇਤਾ ਆਇਆ ਕਿ ਉਹ ਤਾਂ ਕੋਈ ਬਹੁਤਾ ਹੀ ਹੁਸੀਨ ਤੇ ਰੰਗੀਨ ਸੁਪਨਾ ਵੇਖ ਰਹੀ ਸੀ। ਉਹ ਯਕਦਮ ਬੈੱਡ ਤੋਂ ਉੱਠੀ, ਦੁਪੱਟੇ ਨਾਲ ਆਪਣਾ ਸਿਰ ਢਕਿਆ, ਉੱਠ ਕੇ ਸ਼ਰਾਬੀ ਪਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੀ। ਤਦ ਤੱਕ ਉਹ ਮੁੱਦੇ ਮੂੰਹ ਬੈੱਡ ਉੱਤੇ ਡਿੱਗ ਚੁੱਕਾ ਸੀ। ਉਸਨੇ ਉਹਦੇ ਪੈਰਾਂ ਵਿੱਚ ਪਾਈ ਜੁੱਤੀ ਉਤਾਰ ਕੇ ਪਾਸੇ ਰੱਖ ਦਿੱਤੀ। ਉਸਨੇ ਆਪਣੇ ਸਿਰ ਨੂੰ ਛੰਡਿਆ। ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰਾ ਕਮਰਾ ਸ਼ਰਾਬ ਦੀ ਬੋ ਨਾਲ ਭਰ ਗਿਆ ਹੋਵੇ। ਕਾਫੀ ਦੇਰ ਤੱਕ ਉਹ ਬੈੱਡ ਤੇ ਬੈਠੀ ਉਸਦੇ ਜਾਗਣ ਦੀ ਇੰਤਜ਼ਾਰ ਕਰਦੀ ਰਹੀ। ਅਚਾਨਕ ਉਹਦੇ ਮਨ ਵਿੱਚ ਬਿਜਲੀ ਦੀ ਲਿਸ਼ਕੋਰ ਵਾਂਗ ਇੱਕ ਪ੍ਰਸ਼ਨ ਆਇਆ ਕਿ ਇਸੇ ਨੂੰ ਸੁਹਾਗਰਾਤ ਕਹਿੰਦੇ ਹਨ। ਮੈਂ ਤਾਂ ਆਪਣੀ ਮੰਮੀ ਡੈਡੀ ਨੂੰ ਪਹਿਲੇ ਦਿਨ ਤੋਂ ਹੀ ਇਸ ਰਿਸ਼ਤੇ ਤੋਂ ਨਾ ਕਰ ਦਿੱਤੀ ਸੀ, ਪਰੰਤੂ ਡੈਡੀ ਨੇ 18 ਕਿੱਲਿਆਂ ਦੇ ਲਾਲਚ ਵਿੱਚ ਆ ਕੇ ਆਪਣੀ ਜ਼ਿੱਦ ਪੁਗਾਉਣ ਲਈ ਮੇਰੀ ਇੱਕ ਨਾ ਸੁਣੀ। ਚਲੋ ਉਹ ਜਾਣੋ, ਮੇਰੇ ਭਾਗਾਂ ਵਿੱਚ ਜੋ ਲਿਖਿਆ ਸੀ ਉਹ ਮੈਨੂੰ ਹਰ ਹੀਲੇ ਮਿਲਣਾ ਹੀ ਸੀ। ਉਹ ਬਹੁਤ ਦੇਰ ਤੱਕ ਬੈਠੀ ਰਹੀ। ਫਿਰ ਉਸਨੂੰ ਕੋਈ ਪਤਾ ਨਾ ਲੱਗਾ ਕਿ ਕਦੋਂ ਉਸਦੀ ਅੱਖ ਲੱਗ ਗਈ। ਇੱਕ ਇੱਕ ਕਰਕੇ 7 ਦਿਨ ਲੰਘ ਗਏ। ਬਰਿੰਦਰ ਜਿਵੇਂ ਰਾਤ ਨੂੰ ਸੌਂਦੀ ਸੀ ਉਵੇਂ ਹੀ ਸਵੇਰੇ ਜਾਗ ਜਾਂਦੀ ਸੀ। ਵਿਆਹ ਤੋਂ ਬਾਅਦ ਪਹਿਲੀਆਂ 7 ਰਾਤਾਂ ਆਪਣੇ ਜੀਵਨ ਸਾਥੀ ਪਿੰਡ ਦੇ ਰੱਜੇ ਪੁੱਜੇ ਸਰਦਾਰਾਂ ਦੇ ਕਾਕੇ ਕਰਨੈਲ ਸਿੰਘ ਨਾਲ ਸੌਂ ਕੇ ਵੀ ਉਹ ਅਜੇ ਕੁਆਰੀ ਹੀ ਸੀ। ਇੰਜ ਹੀ 8ਵੀਂ ਰਾਤ ਆਈ। ਕਮਰੇ ਵਿੱਚ ਆ ਕੇ ਉਹ ਪੂਰਾ ਦ੍ਰਿੜ ਇਰਾਦਾ ਧਾਰ ਕੇ ਬੈਠੀ ਸੀ। ਅੱਜ ਇੱਕ ਪਾਸਾ ਕਰ ਹੀ ਦੇਣਾ ਹੈ। ਮੈਂ ਵੀ ਜਵਾਨ ਜਹਾਨ ਮੁਟਿਆਰ ਹਾਂ, ਸੋਹਣੀ ਸੁਨੱਖੀ ਹਾਂ, ਮੇਰੀਆਂ ਵੀ ਤਾਂ ਖਾਹਿਸ਼ਾਂ ਹਨ। ਸਾਡਾ ਸਮਾਜ ਹੀ ਤਾਂ ਨੌਜਵਾਨ ਮੁੰਡੇ ਤੇ ਮੁਟਿਆਰ ਕੁੜੀ ਦਾ ਵਿਆਹ ਕਰਕੇ ਉਹਨਾਂ ਨੂੰ ਪਿਆਰ ਵਿੱਚ ਖੁੱਲ੍ਹ ਖੇਡਣ ਦੀ ਪ੍ਰਵਾਨਗੀ ਦਿੰਦਾ ਹੈ। ਉਹ ਇਹਨਾਂ ਵਿਚਾਰਾਂ ਦੀ ਲੜੀ ਵਿੱਚ ਹੀ ਉਲਝੀ ਹੋਈ ਸੀ। ਉਸੇ ਵੇਲੇ ਲੜਖੜਾਉਂਦੇ ਹੋਏ ਨਸ਼ਈ ਪਤੀ ਨੇ ਕਮਰੇ ਵਿੱਚ ਪ੍ਰਵੇਸ਼ ਕੀਤਾ। ਉਹ ਪਹਿਲਾਂ ਤੋਂ ਹੀ ਆਪਣੇ ਮਨ ਵਿੱਚ ਧਾਰੀ ਬੈਠੀ ਮਜ਼ਬੂਤ ਇਰਾਦੇ ਸਦਕਾ ਉੱਠ ਕੇ ਖੜੀ ਹੋ ਗਈ। ਸਾਰੀ ਸੰਗ ਸੰਕੋਚ ਲਾ ਕੇ ਉਸਨੇ ਕਰਨੈਲ ਨੂੰ ਆਪਣੀਆਂ ਸੁਡੌਲ ਬਾਹਾਂ ਵਿੱਚ ਘੁੱਟ ਲਿਆ, ਪਰੰਤੂ ਉਸ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਹੋਈ। ਉਸਨੇ ਮਹਿਸੂਸ ਕੀਤਾ ਜਿਵੇਂ ਉਸਨੇ ਬਰਫ਼ ਦੀ ਠੰਡੀ ਸਿਲ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਹੋਵੇ। ਉਸਨੇ ਮਹਿਸੂਸ ਕੀਤਾ ਕਿ ਉਸਦੇ ਦਿਲ ਦੀ ਚੱਲਦੀ ਤੇਜ਼ ਧੜਕਨ ਨੇ ਵੀ ਪਤੀ ਦੇ ਠੰਡੇ ਜੁੱਸੇ ਨੂੰ ਨਾ ਗਰਮਾਇਆ। ਜਦੋਂ 5 ਮਿੰਟ ਤੱਕ ਉਸਦੇ ਸਰਦਾਰ ਵੱਲੋਂ ਕੋਈ ਕਿਰਿਆ ਨਾ ਹੋਈ ਤਾਂ ਉਸਨੇ ਕਰਨੈਲ ਸਿੰਘ ਨੂੰ 2 ਸਿਰਹਾਣੇ ਦਾ ਢਾਸਣਾ ਲਾ ਕੇ ਬੈੱਡ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਰਨੈਲ ਆਪਣੀਆਂ ਦੋਵੇਂ ਲੱਤਾਂ ਨੂੰ ਸਾਹਮਣੇ ਨਿਸਾਲ ਕੇ ਬੈੱਡ ਤੇ ਬੈਠ ਗਿਆ ਸੀ, ਪਰੰਤੂ ਉਹ ਬੈੱਡ ਤੇ ਬੈਠਿਆ ਹੋਇਆ ਵੀ ਲੇਟਿਆ ਵਰਗਾ ਹੀ ਜਾਪਦਾ ਸੀ। ਬਰਿੰਦਰ ਨੇ ਉੱਠ ਕੇ ਕਮਰੇ ਦੀ ਵੱਡੀ ਟਿਊਬ ਲਾਈਟ ਆਫ ਕਰ ਦਿੱਤੀ। ਮੱਧਮ ਰੋਸ਼ਨੀ ਵਾਲਾ ਛੋਟਾ ਬਲਬ ਜਗਾ ਦਿੱਤਾ। ਕਰਨੈਲ ਨੇ ਉਹਨੂੰ ਕਿਹਾ, ਬਰਿੰਦਰ, ਜਿਹੜੀ ਆਸ ਨਾਲ ਤੂੰ ਇਹ ਸਭ ਕਰ ਰਹੀ ਆ, ਉਹ ਆਸ ਮੈਥੋਂ ਪੂਰੀ ਨਹੀਂ ਹੋ ਸਕਦੀ। ਨਸ਼ਿਆਂ, ਸ਼ਰਾਬ, ਟੀਕਿਆਂ ਨੇ ਮੇਰੇ ਸਰੀਰ ਨੂੰ ਖਤਮ ਕਰ ਦਿੱਤਾ ਹੈ। ਮੇਰਾ ਸਰੀਰ ਤੇਰੀ ਕੋਈ ਵੀ ਆਸ ਪੂਰੀ ਨਹੀਂ ਕਰ ਸਕਦਾ। ਮੈਂ ਤਾਂ ਆਪਣੇ ਘਰਦਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ, ਪਰ ਬੀਜੀ ਬਾਪੂ ਨੂੰ ਪਤਾ ਨਹੀਂ ਕਾਹਤੋਂ ਮੇਰੇ ਵਿਆਹ ਦਾ ਚਾਅ ਚੜਿਆ ਹੋਇਆ ਸੀ। ਇੰਨੀ ਗੱਲ ਕਹਿ ਕੇ ਉਹ ਅੱਧ ਲੇਟਿਆ ਹੋਇਆ ਹੀ ਸੌਂ ਗਿਆ ਸੀ। ਅਗਲੇ ਦਿਨ ਸਵੇਰੇ ਉੱਠ ਕੇ ਬਰਿੰਦਰ ਨੇ ਆਪਣੀ ਸੱਸ ਬਚਨ ਕੌਰ ਦੇ ਪੈਰੀਂ ਹੱਥ ਤੱਕ ਹੀ ਲਾਉਣੇ ਸਨ, ਸਗੋਂ ਉਸਨੇ ਤਾਂ ਉਹਦੇ ਵੱਲ ਅੱਖ ਚੁੱਕ ਕੇ ਵੇਖਿਆ ਤੱਕ ਵੀ ਨਹੀਂ ਸੀ। ਸੱਸ ਵੀ ਭਾਵੇਂ ਪਿੰਡ ਦੀ ਕਹਿੰਦੀ ਕਹਾਉਂਦੀ ਸਰਦਾਰ ਨਹੀਂ ਸੀ, ਪਰੰਤੂ ਆਪਣੇ ਪੁੱਤਰ ਦੀ ਨਪੁੰਸਕਤਾ ਤੋਂ ਉਹ ਭਲੀ ਭਾਂਤ ਜਾਣੂ ਸੀ। ਜਦੋਂ ਉਹਦੇ ਸਰਦਾਰ ਨੇ ਲੋਕਾਂ ਦੇ ਕਈ ਕਹਾਏ ਕਰਨੈਲ ਵਾਸਤੇ ਬਰਿੰਦਰ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ, ਉਦੋਂ ਤੋਂ ਹੀ ਉਹ ਆਪਣੇ ਮਨ ਵਿੱਚ ਇਹ ਖਿਆਲ ਲਈ ਬੈਠੀ ਸੀ ਕਿ ਉਹ ਤੇ ਉਹਦਾ ਸਰਦਾਰ ਪੁੱਤਰ ਮੋਹ ਵਿੱਚ ਫਸ ਕੇ ਬਗਾਨੀ ਧੀ ਨੂੰ ਸੂਲਾਂ ਦੀ ਸੇਜ ਤੇ ਲਟਾਉਣ ਦਾ ਜੁਗਾੜ ਬਣਾ ਰਹੇ ਹਾਂ। ਸਵੇਰੇ 10 ਵਜੇ ਉਹਦੇ ਮੰਮੀ ਡੈਡੀ ਲੈਣ ਉਸਦੇ ਸਹੁਰੇ ਘਰ ਪਹੁੰਚ ਗਏ। ਧੀ ਨੇ ਆਪਣੇ ਚਿਹਰੇ ਤੇ ਨਕਲੀ ਮੁਸਕਾਨ ਲਿਆਉਣ ਲਈ ਪੂਰੀ ਐਕਟਿੰਗ ਕੀਤੀ। ਉਹ ਆਪਣੇ ਮੰਮੀ ਡੈਡੀ ਨੂੰ ਬੜੇ ਪਿਆਰ ਸਹਿਤ ਭੱਜ ਕੇ ਗਲੇ ਮਿਲੀ। ਉਹਦੇ ਡੈਡੀ ਨੂੰ ਲੱਗਿਆ ਕਿ ਉਹਦੀ ਧੀ ਬਹੁਤ ਖੁਸ਼ ਆ
परंतु उसकी माँ पहली नज़रे ही पहचान गई सी कि उसकी धी का चेहरा पीला पै के एकदम उतरिया होया है। चाह पानी पी के वो अपनी नवीं विआहता धी नूं कार विच बिठा के उसदे पेकी घर ले आए सन। अपने पेकियां दे घर आके उसनूं पहली वारी अपने मम्मी डैडी ओपरे ओपरे जे लगे। माँ उन्होंने अंदरले कमरे विच लै गई सी। मंजे ते बिठा के उन्होंने पुछया, क्यों बीरी, की गल आ, तू उदास क्यों आ? तद उन्हें तिरछी नज़र नाल अपनी माँ के चेहरे नूं तक्या। वो एक भेद भरी मुस्कुराहट अपने चेहरे ते लिआउंदियां होइयां बोली, मम्मी मैं उदास किवें हो सकदी हां? मेरे सरदार डैडी ने मेरे लिए वड्डे सरदारां दा 18 किल्लियां दा मालक मुंडा लभ के उस नाल बड़ी शान नाल विआह कीता है। मैं उदास किवें हो सकदी हां? आखिर 18 किल्लियां दा मालक मुंडा अपनी तीवी नूं भुख नाल थोड़ा मरन देऊगा। पर मां, तू भी तां किसे वेले जवान जहान मुटियार जट्टी सी। डैडी नूं तां 18 किल्लियां तो सिवाय होर कुछ भी विखाई नहीं सी दिंदा। तैनूं तां पता सी। मां, कोई भी मुटियार अपनी हान दे मर्द नाल झुग्गी झौंपड़ी विच रह के अद्धी रोटी खा के भी आराम ते चैन दी नींद सौ लैंदी आ, परंतु ना मर्द पति नाल उसनूं वधिया तो वधिया गद्देदार पलंग भी सूलां दी सेज लगदे ने। मम्मा, तुसी मेरे नाल ये धोखा क्यों कीता? तुसी मेरी जिंदगी क्यों बर्बाद कीती? कुड़ी ने रोंदियां होए अपने चेहरे नूं सराणे विच छुपा लिया। मां ने उहदे वालां विच हत्थ फेरिया, उसनूं दिलासा दिता, फिर बोली, बीरी पुत्त, तू फिकर ना कर, बस हुण तैनूं उस घर च दोबारा जाण दी लोड़ नहीं। मैं तेरे डैडी नाल गल करके हुणे ही तोड़ विछोड़ा कर देना। बस तू हौसला रख, हिम्मत ना हार। नहीं मम्मा, मैं साहिब श्री गुरु ग्रंथ साहिब जी की हजूरी विच उस बंदे नूं अपने सिर दा साईं कबूल किया। मैं दुनिया वालों तां झूठी पई ही हाँ, परंतु मैं अपने गुरु वालों कदे भी झूठी नहीं पै सकदी। मां, अज तां तू ये गल कह दित्ती, फिर दोबारा इहो जिहा कदे सोचना भी नहीं। कुड़ी ने पूरी दृढ़ता नाल कहा। उसनूं अपने पेकी घर आया जे 2 दिन बीते सन, उसने महसूस किया कि उहदे इस घर विच रहण नाल उहदे मम्मी डैडी उसनूं अपनी अखां दे सामने उदास देख के वो भी दुखी हो रहे हैं। इसलिए उसने अपने सहुरे वापस घर जाण दा फैसला कर लिया। शाम नूं 7 बजे उहदे डैडी घर आए। उन्हें अपने डैडी नूं आख्या, डैडी जेकर तुहाडी आग्या होवे तां मैं कल नूं अपने घर वापस जाना चाहुंदी हां। नाले उत्थे मेरे बीजी बापू जी मेरे उस घर विच ना होण कारण उदास हो गए होणगे। नाले धी तां अपने सहुरे घर ही वसदी रसदी चंगी लगदी आ। विआह तो बाद पेका घर तां 1-2 दिन फेरा ही ठीक रहिंदा। 2 दिन पहलां उहदी घरवाली ने काले झाड़ वाले प्रोहणे संबंधी सारी गल दस दित्ती सी। तद वो तां अपना सिर ही फड़ के बह गया सी। वो अपने मन विच वार-वार पछता रिहा सी। उन्हें बिना चंगी तरह घोख पड़ताल कीतियां अपनी धी नूं क्यों बलदी अग विच धक्का दे दिता? क्यों उसने 18 किल्लियां दे लालच विच आके अपने सोने वर्गी धी दी जिंदगी खराब कर दित्ती? क्यों वो मुंडे दी बाहरी दिख देख के उसते डुल गया सी? विआह तो 1 हफ्ते अंदर ही उसकी धी दा चेहरा पीला पै गया सी। जिहड़ी लाली ते खुशी वो अपनी धी दे चेहरे ते विआह तो पहलां देखदा सी, वो हुण किधरे अलोप हो चुकी सी। उसने अपनी धी दियां उदास ते विरान अखां विच वेखदियां होइयां कहा, पुत्त बीरी, जेकर तैनूं उस घर विच खुशी नहीं मिली तद उत्थे जाके भी की करना? जदों सारा कसूर ही उन्हां दे मुंडे विच आ, तद छड्ड छुड़ाई दा सानूं काहदा मिहणा? असीं तां सगों विआह ते कीते खर्चे तो इलावा उन्हां तों हरजाना भी लवांगे। तू पुत्त उत्थे जाण दी तां हुण गल ही छड्ड दे। आपां नूं तोड़ विछोड़ा ही करना पवेगा। दुनिया विच मुंडियां दा किहड़ा घाटा? आपां किसे चंगी थां तेरा दोबारा विआह कर देंगे। उसने अपने डैडी दियां कईयां गईयां सारियां गल्लां बड़े गौर नाल सुनियां। उपरंत ओह बोली, डैडी, तुसी अपने वल्लों बहुत सोच विचार करके मेरा विआह कीता। माँ प्यो अपनी धी दा हमेशा चंगा ही लोड़दे हन। अगे मेरी किस्मत आ, मैनूं जो मिलना सी वो मिल गया। बाकी डैडी, किसे होर थां मेरा विआह करन बारे तां कदे सुपने विच भी ना सोचना। क्यों जो मैं तुहाडी धी हाँ, मैनूं मेरे धर्मी बाबल ने एक वारी जिहदे लड़ ला दिता, मैं अपनी पूरी जिंदगी उसे नाल बिता देंगी।
ਡੈਡੀ, ਕਿਸੇ ਹੋਰ ਬਾਰੇ ਤਾਂ ਮੇਰੇ ਲਈ ਸੋਚਣਾ ਵੀ ਪਾਪ ਆ। ਬਸ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਸੰਸਾ ਨਾ ਕਰੋ। ਹੁਣ ਜਦੋਂ ਵੀ ਤੁਸੀਂ ਆਪਣੀ ਧੀ ਨੂੰ ਮਿਲੋਗੇ, ਉਹ ਤੁਹਾਨੂੰ ਖਿੜੇ ਚਿਹਰੇ ਨਾਲ ਹੀ ਮਿਲੇਗੀ। ਤੁਸੀਂ ਆਪਣੀ ਧੀ ਦੇ ਚਿਹਰੇ ਤੇ ਕਦੇ ਵੀ ਕਿਸੇ ਗਮ ਜਾਂ ਦਰਦ ਦਾ ਭਾਵ ਨਹੀਂ ਵੇਖੋਗੇ। ਬਸ ਤੁਸੀਂ ਮੈਨੂੰ ਆਗਿਆ ਦਿਓ, ਮੈਂ ਆਪਣੇ ਸਰਦਾਰ ਨੂੰ ਸੁਨੇਹਾ ਲਾ ਦਿਆਂ, ਉਹ ਮੈਨੂੰ ਕੱਲ ਨੂੰ ਆ ਕੇ ਲੈ ਜਾਣ। ਉਹ ਆਪਣੇ ਮਨ ਤੇ ਬਹੁਤ ਜ਼ਿਆਦਾ ਭਾਰ ਪਾਉਂਦਿਆਂ ਹੋਇਆ ਬੋਲਿਆ, ਚਲੋ ਠੀਕ ਆ ਪੁੱਤ, ਜਿਵੇਂ ਤੇਰੀ ਮਰਜ਼ੀ ਆ, ਤੂੰ ਲਾ ਦੇ ਸੁਨੇਹਾ ਕਰਨੈਲ ਸਿੰਘ ਨੂੰ। ਅਗਲੇ ਦਿਨ 11 ਕੁ ਵਜੇ ਕਰਨੈਲ ਆਪਣੀ ਪਤਨੀ ਨੂੰ ਆਪਣੇ ਪਿੰਡ ਲੈ ਗਿਆ। ਆਪਣੇ ਸਹੁਰੇ ਘਰ ਆ ਕੇ ਉਸਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਵਿਆਹੁਤਾ ਔਰਤ ਵਾਲੀਆਂ ਖੁਸ਼ੀਆਂ ਤੇ ਆਨੰਦ ਸ਼ਾਇਦ ਉਹਦੇ ਵਾਸਤੇ ਬਣੇ ਹੀ ਨਹੀਂ ਹਨ। ਹੁਣ ਉਹਨੇ ਆਪਣੇ ਮਨ ਵਿਚਲੀ ਸਾਰੀ ਕੁੜੱਤਣ ਦੂਰ ਕਰ ਲਈ ਸੀ। ਉਹ ਆਪਣੀ ਸੱਸ ਮਹਿੰਦਰ ਕੌਰ ਤੇ ਸਹੁਰੇ ਅਜੀਤ ਸਿੰਘ ਨੂੰ ਪੂਰਾ ਆਦਰ ਮਾਣ ਦੇਣ ਲੱਗ ਪਈ ਸੀ। ਸੱਸ ਦੇ ਆਪਣੇ ਅੰਦਰ ਦਾ ਪਾਲਾ ਉਹਨੂੰ ਮਾਰਦਾ ਹੀ ਸੀ, ਪਰੰਤੂ ਫਿਰ ਵੀ ਆਪਣੀ ਨੂੰਹ ਦੇ ਸੁਭਾਅ ਤੇ ਬਦਲੇ ਹੋਏ ਤੌਰ ਤਰੀਕੇ ਤੋਂ ਉਹ ਬਹੁਤ ਜ਼ਿਆਦਾ ਖੁਸ਼ ਸੀ। ਇੱਕ ਦਿਨ ਦੁਪਹਿਰ ਵੇਲੇ ਦੋਵੇਂ ਸੱਸ ਨੂੰ ਇਕੱਠੀਆਂ ਬੈਠੀਆਂ ਸਨ। ਉਸਨੇ ਆਪਣੀ ਸੱਸ ਨੂੰ ਕਿਹਾ, ਬੀਜੀ, ਮੈਂ BA B.Ed ਤਾਂ ਪੇਕੇ ਘਰ ਰਹਿੰਦਿਆਂ ਹੀ ਪਾਸ ਕਰ ਲਈ ਸੀ। ਹੁਣ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਅੰਗਰੇਜ਼ੀ ਵਿਸ਼ੇ ਦਾ ਟੈਟ ਦਾ ਟੈਸਟ ਦੀ ਤਿਆਰੀ ਕਰ ਲਵਾਂ। ਟੈਸਟ ਕਲੀਅਰ ਕਰਨ ਨਾਲ ਮੈਨੂੰ ਅੰਗਰੇਜ਼ੀ ਮਿਸਟਰੈਸ ਦੀ ਜੌਬ ਮਿਲ ਸਕਦੀ ਆ। ਸੱਸ ਨੇ ਸੋਚਿਆ ਕਿ ਜਦੋਂ ਦੀ ਇਹ ਇਸ ਘਰ ਵਿੱਚ ਵਿਆਹ ਕੇ ਲਿਆਂਦੀ ਆ, ਇਹਨੇ ਕੋਈ ਖੁਸ਼ੀ ਜਾਂ ਸੁੱਖ ਤਾਂ ਮਾਣਿਆ ਹੀ ਨਹੀਂ ਆ। ਹੁਣ ਜੇਕਰ ਪੜ੍ਹਨ ਨਾਲ ਇਹਨੂੰ ਕੋਈ ਤਸੱਲੀ ਜਾਂ ਖੁਸ਼ੀ ਮਿਲਦੀ ਆ ਤਾਂ ਇਹਦੇ ਵਿੱਚ ਸਾਨੂੰ ਕੀ ਉਜ਼ਰ ਆ। ਉਸਨੇ ਉਸੇ ਵੇਲੇ ਆਪਣੀ ਨੂੰਹ ਨੂੰ ਅੱਗੇ ਪੜ੍ਹਨ ਲਈ ਹਾਮੀ ਭਰ ਦਿੱਤੀ। ਲਗਭਗ 1 ਮਹੀਨੇ ਬਾਅਦ ਸਰਕਾਰ ਵੱਲੋਂ ਟੈਟ ਦਾ ਟੈਸਟ ਲੈਣ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ। 3 ਮਹੀਨੇ ਬਾਅਦ ਐਤਵਾਰ ਵਾਲੇ ਦਿਨ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿੱਚ ਬਰਿੰਦਰ ਦਾ ਅੰਗਰੇਜ਼ੀ ਵਿਸ਼ੇ ਦਾ ਟੈਟ ਦਾ ਟੈਸਟ ਹੋਇਆ। 1 ਹਫ਼ਤੇ ਬਾਅਦ ਹੀ ਪਾਸ ਪ੍ਰੀਖਿਆਰਥੀਆਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸਨੇ ਪਹਿਲੀ ਵਾਰੀ ਵਿੱਚ ਹੀ ਟੈਟ ਦਾ ਟੈਸਟ ਕਲੀਅਰ ਕਰ ਲਿਆ ਸੀ, ਜਿਸ ਦੀ ਉਸਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਅਗਲੇ 6 ਮਹੀਨਿਆਂ ਬਾਅਦ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਲਈ ਇਸ਼ਤਿਹਾਰ ਕੱਢਿਆ ਗਿਆ। ਟੈਟ ਪਾਸ ਵਿਦਿਆਰਥੀਆਂ ਕੋਲੋਂ ਦਰਖਾਸਤਾਂ ਦੀ ਮੰਗ ਕੀਤੀ ਗਈ। ਲਗਭਗ 1 ਮਹੀਨੇ ਤੱਕ ਵੱਖ-ਵੱਖ ਵਿਸ਼ਿਆਂ ਦੀ ਇੰਟਰਵਿਊ ਚੱਲਦੀ ਰਹੀ। ਬਰਿੰਦਰ ਜਦੋਂ ਅੰਗਰੇਜ਼ੀ ਵਿਸ਼ੇ ਦੀ ਇੰਟਰਵਿਊ ਦੇ ਕੇ ਸੈਮੀਨਾਰ ਹਾਲ ਵਿੱਚੋਂ ਬਾਹਰ ਆਈ ਤਾਂ ਉਸਨੂੰ ਪੂਰਾ ਮਾਣ ਸੀ ਕਿ ਉਹਦੀ ਇੰਟਰਵਿਊ ਉਹਦੀਆਂ ਆਸਾਂ ਦੇ ਅਨੁਕੂਲ ਹੋਈ ਆ। 1 ਹਫ਼ਤੇ ਬਾਅਦ ਸਰਕਾਰ ਵੱਲੋਂ ਨਤੀਜਾ ਘੋਸ਼ਿਤ ਕੀਤਾ ਗਿਆ। ਬਰਿੰਦਰ ਸਾਰੇ ਪੰਜਾਬ ਵਿੱਚੋਂ ਮੈਰਿਟ ਸੂਚੀ ਵਿੱਚ ਪਹਿਲੇ ਨੰਬਰ ਤੇ ਆਈ ਸੀ। ਖੁਸ਼ੀ ਵਿੱਚ ਉਸਦੇ ਪੈਰ ਧਰਤੀ ਤੇ ਨਹੀਂ ਸਨ ਲੱਗਦੇ। ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਸਟੇਸ਼ਨ ਦੀ ਚੋਣ ਲਈ ਅਧਿਆਪਕਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਆਡੀਟੋਰੀਅਮ ਵਿੱਚ ਬੁਲਾਇਆ ਗਿਆ। ਮੈਰਿਟ ਸੂਚੀ ਵਿੱਚ ਪਹਿਲੇ ਸਥਾਨ ਤੇ ਹੋਣ ਕਾਰਨ ਉਸਨੂੰ ਆਪਣੇ ਪਿੰਡ ਦੇ ਨੇੜੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦਾ ਭਵਾਨੀਗੜ੍ਹ ਸਟੇਸ਼ਨ ਮਿਲ ਗਿਆ ਸੀ। 1 ਹਫ਼ਤੇ ਵਿੱਚ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਤੇ ਮੈਡੀਕਲ ਟੈਸਟ ਰਿਪੋਰਟ ਮਿਲ ਗਈ ਸੀ। ਇਸ ਉਪਰੰਤ ਉਸਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਭਵਾਨੀਗੜ੍ਹ ਦੀ ਪ੍ਰਿੰਸੀਪਲ ਮੈਡਮ ਨੀਰਜਾ ਸੂਦ ਕੋਲ ਜੁਆਇਨ ਕਰ ਲਿਆ ਸੀ। ਉਹ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਅੰਗਰੇਜ਼ੀ ਵਿਸ਼ਾ ਬਹੁਤ ਹੀ ਰੌਚਕ ਢੰਗ ਨਾਲ ਪੜ੍ਹਾਉਂਦੀ ਸੀ। ਪਹਿਲਾਂ ਜਿੱਥੇ ਪਿੰਡਾਂ ਦੀਆਂ ਕੁੜੀਆਂ ਅੰਗਰੇਜ਼ੀ ਵਿਸ਼ੇ ਨੂੰ ਬਹੁਤ ਵੱਡਾ ਹਊਆ ਬਣਾਈ ਬੈਠੀਆਂ ਸਨ, ਉੱਥੇ ਹੁਣ ਉਹਨਾਂ ਨੂੰ ਇਹੋ ਅੰਗਰੇਜ਼ੀ ਦਾ ਵਿਸ਼ਾ ਬਹੁਤ ਜ਼ਿਆਦਾ ਰੁਚੀਕਰ ਲੱਗਦਾ ਸੀ। ਜਿਹੜੀਆਂ ਕਲਾਸਾਂ ਨੂੰ ਉਹ ਅੰਗਰੇਜ਼ੀ ਪੜ੍ਹਾਉਂਦੀ ਸੀ, ਉਹਨਾਂ ਕਲਾਸਾਂ ਦੀਆਂ ਕੁੜੀਆਂ ਅੰਗਰੇਜ਼ੀ ਦੀ ਘੰਟੀ ਦੀ ਬੜੀ ਸ਼ਿੱਦਤ ਨਾਲ ਉਡੀਕ ਕਰਦੀਆਂ ਰਹਿੰਦੀਆਂ ਸਨ। ਮੈਡਮ ਬਰਿੰਦਰ ਨੇ ਵੀ ਕਦੇ ਕਿਸੇ ਕੁੜੀ ਨੂੰ ਇਹ ਕੁੜੀਏ, ਉਹ ਕੁੜੀਓ, ਤੂੰ, ਤੈਨੂੰ ਆਦਿ ਸ਼ਬਦਾਂ ਨਾਲ ਸੰਬੋਧਿਤ ਨਹੀਂ ਸੀ ਕੀਤਾ। ਸਗੋਂ ਉਸਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਹਰ ਲੜਕੀ ਨੂੰ ਉਸਦਾ ਪੂਰਾ ਨਾਂ ਲੈ ਕੇ ਬੁਲਾਵੇ। ਪਰੰਤੂ ਫਿਰ ਵੀ ਅਜੇ ਨਵਾਂ-ਨਵਾਂ ਪੜ੍ਹਾਉਣਾ ਸ਼ੁਰੂ ਕਰਨ ਕਰਕੇ ਕੁਝ ਲੜਕੀਆਂ ਦੇ ਨਾਂ ਉਸਦੇ ਮੂੰਹ ਤੇ ਨਹੀਂ ਸਨ ਚੜ੍ਹੇ। ਅਜਿਹੀਆਂ ਲੜਕੀਆਂ ਨੂੰ ਉਹ ਹਾਂਜੀ, ਰਾਜੇ, ਰਾਣੇ, ਧੀ ਰਾਣੀ ਆਦਿ ਸ਼ਬਦਾਂ ਨਾਲ ਸੰਬੋਧਿਤ ਕਰਦੀ ਸੀ। ਆਰੰਭ ਦੇ 5-7 ਦਿਨਾਂ ਨੂੰ ਛੱਡ ਕੇ ਉਸਨੇ ਪ੍ਰਿੰਸੀਪਲ ਮੈਡਮ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ
ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਥੋੜੇ ਦਿਨਾਂ ਬਾਅਦ ਹੀ ਉਸਨੇ ਪ੍ਰਿੰਸੀਪਲ ਦੀ ਆਗਿਆ ਨਾਲ ਸਕੂਲ ਵਿੱਚ ਗਿੱਧੇ ਦੀ ਟੀਮ ਤਿਆਰ ਕਰ ਲਈ ਸੀ। ਜਦੋਂ ਤੋਂ ਉਹਨੂੰ ਸਰਕਾਰੀ ਨੌਕਰੀ ਮਿਲੀ ਸੀ, ਉਸਦੀ ਸੱਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਉਸਨੇ ਵੀ ਆਪਣੀ ਬੈਂਕ ਖਾਤੇ ਦੀ ਪਾਸਬੁੱਕ ਤੇ ATM ਕਾਰਡ ਆਪਣੀ ਸੱਸ ਨੂੰ ਦੇ ਰੱਖਿਆ ਸੀ। ਜੇਕਰ ਕਿਤੇ ਉਹ ਆਪਣੀ ਨੂੰਹ ਨੂੰ ਬੈਂਕ ਦਾ ਕਾਰਡ ਤੇ ਕਾਪੀ ਆਪਣੇ ਕੋਲ ਰੱਖਣ ਲਈ ਆਖਦੀ ਵੀ ਸੀ ਤਾਂ ਉਹਦਾ ਇੱਕੋ ਉੱਤਰ ਹੁੰਦਾ, ਬੀਜੀ ਮੇਰੀਆਂ ਸਾਰੀਆਂ ਲੋੜਾਂ ਤਾਂ ਤੁਸੀਂ ਆਪ ਹੀ ਪੂਰੀਆਂ ਕਰ ਦਿੰਦੇ ਹੋ, ਫਿਰ ਮੈਂ ਇਹ ਪਾਸਬੁੱਕ ਤੇ ਕਾਰਡ ਆਪਣੇ ਕੋਲ ਰੱਖ ਕੇ ਕਰਨਾ ਕੀ ਆ? ਹਾਂ, ਜੇਕਰ ਮੈਨੂੰ ਕਦੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ ਦਿਆਂਗੀ। ਆਪਣੀ ਨੂੰਹ ਦੇ ਇਹੋ ਜਿਹੇ ਸੂਝ-ਬੂਝ ਤੇ ਸਿਆਣਪ ਭਰੇ ਬੋਲ ਸੁਣ ਕੇ ਸਰਦਾਰਨੀ ਖੁਸ਼ ਹੋ ਜਾਂਦੀ ਸੀ। ਉਹ ਆਪਣੀ ਨੂੰਹ ਦੀ ਝੋਲੀ ਅਸੀਸਾਂ ਨਾਲ ਭਰ ਦਿੰਦੀ ਸੀ। ਪਹਿਲਾਂ ਘਰ ਦੇ ਸੋਗੀ ਜਿਹੇ ਵਾਤਾਵਰਨ ਵਿੱਚ ਉਹ ਇਸ਼ਨਾਨ ਤਾਂ ਸਵੇਰੇ ਸਭ ਤੋਂ ਪਹਿਲਾਂ ਜਾ ਕੇ ਕਰ ਲੈਂਦੀ ਸੀ। ਜਪਜੀ ਸਾਹਿਬ ਦਾ ਪਾਠ ਵੀ ਉਹ ਰੋਜ਼ਾਨਾ ਕਰਦੀ ਸੀ। ਪਾਠ ਕਰਨ ਉਪਰੰਤ ਅਰਦਾਸ ਕਰਦੇ ਸਮੇਂ ਉਸਨੇ ਪ੍ਰਮਾਤਮਾ ਤੋਂ ਕਦੇ ਕੁਝ ਵੀ ਨਹੀਂ ਸੀ ਮੰਗਿਆ। ਨਾ ਹੀ ਉਸਦੇ ਜੀਵਨ ਵਿੱਚ ਕੋਈ ਖੁਸ਼ੀ, ਚਾਅ, ਖੇੜਾ, ਹਾਸਾ ਆਦਿ ਹੀ ਸੀ। ਹਾਂ, ਉਹ ਸਵੇਰੇ ਪਾਠ ਕਰਨ ਉਪਰੰਤ ਨਾਸ਼ਤਾ ਤਿਆਰ ਕਰਦੀ ਸੀ, ਫਿਰ ਸਾਰਿਆਂ ਨੂੰ ਖਵਾ ਦਿੰਦੀ ਸੀ। ਮੜੋ ਆਪਣਾ ਮੂੰਹ ਹੱਥ ਧੋ ਕੇ ਸਾਫ਼ ਸੁਥਰਾ ਧੋਤਾ ਸੂਟ ਜ਼ਰੂਰ ਪਹਿਨ ਲੈਂਦੀ ਸੀ। ਉਹ ਆਪਣੇ ਮੱਥੇ ਦੇ ਬਿਲਕੁਲ ਅੱਧ ਵਿੱਚ ਬਿੰਦੀ ਲਗਾਉਣਾ ਕਦੇ ਨਹੀਂ ਸੀ ਭੁੱਲਦੀ। ਹੋਰ ਕਿਸੇ ਪ੍ਰਕਾਰ ਦਾ ਮੇਕਅਪ ਕਰਨਾ ਤਾਂ ਜਿਵੇਂ ਉਹ ਭੁੱਲ ਭੁਲਾ ਹੀ ਗਈ ਸੀ। ਇੱਕ ਦਿਨ ਉਹਦੀ ਸੱਸ ਨੇ ਉਸਨੂੰ ਲਿਪਸਟਿਕ ਲਗਾਉਣ ਲਈ ਕਿਹਾ ਸੀ। ਉਸਨੇ ਮੁਸਕਰਾਉਂਦਿਆਂ ਹੋਇਆਂ ਆਪਣੀ ਸੱਸ ਨੂੰ ਆਖਿਆ ਸੀ, ਬੀਜੀ ਲਿਪਸਟਿਕ ਲਗਾਉਣੀ, ਮੇਕਅਪ ਕਰਨਾ ਤਦ ਹੀ ਸੋਹਣਾ ਹੈ ਜੇ ਕੋਈ ਵੇਖਣ ਵਾਲਾ ਹੋਵੇ। ਤੁਹਾਡੇ ਪੁੱਤ ਨੇ ਤਾਂ ਮੈਨੂੰ ਕਦੇ ਨਜ਼ਰ ਭਰ ਕੇ ਵੇਖਿਆ ਵੀ ਨਹੀਂ। ਉਸਨੇ ਕਦੇ ਇਹ ਵੀ ਨਹੀਂ ਕਿਹਾ ਮੈਂ ਉਸਨੂੰ ਕਿੱਦਾਂ ਦੀ ਲੱਗਦੀ ਹਾਂ। ਫਿਰ ਭਲਾ ਬੀਜੀ ਲਿਪਸਟਿਕ ਕਿਹਨੂੰ ਦਿਖਾਉਣੀ ਹੋਈ? ਨੂੰਹ ਦੀਆਂ ਸੱਚੀਆਂ ਪਰ ਕੌੜੀਆਂ ਗੱਲਾਂ ਸੁਣ ਕੇ ਸੱਸ ਚੁੱਪ ਕਰ ਗਈ ਸੀ। ਕਰਨੈਲ ਦੇ ਵਿਆਹ ਨੂੰ 1 ਸਾਲ ਤੋਂ ਵੱਧ ਸਮਾਂ ਲੰਘ ਗਿਆ ਸੀ। ਹੁਣ ਤੱਕ ਉਹਦੇ ਸਰੀਰ ਨੂੰ ਨਸ਼ਿਆਂ ਨੇ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦਿੱਤਾ ਸੀ। ਕਦੇ-ਕਦੇ ਤਾਂ ਉਹ ਤੁਰਦਾ ਫਿਰਦਾ ਵਿਹੜੇ ਵਿੱਚ ਹੀ ਡਿੱਗ ਪੈਂਦਾ ਸੀ। ਮਹਿੰਗੇ ਨਸ਼ੇ ਖਾਣ ਕਾਰਨ ਉਸਨੇ ਆਪਣੇ ਪਿਓ ਤੋਂ ਉੱਪਰ ਦੀ ਹੋ ਕੇ 4 ਏਕੜ ਭੂਮੀ ਵੀ ਵੇਚ ਦਿੱਤੀ ਸੀ। ਉਸਦਾ ਪਿਓ ਜ਼ਮੀਨ ਵੇਚਣ ਤੇ ਸਬਰ ਦਾ ਘੁੱਟ ਭਰ ਕੇ ਬਹਿ ਗਿਆ ਸੀ। ਸਰਦਾਰਨੀ ਨੂੰ ਤਾਂ ਬਸ ਇਸੇ ਗੱਲ ਦੀ ਸਭ ਤੋਂ ਵੱਧ ਤਸੱਲੀ ਸੀ ਕਿ ਜਿਵੇਂ ਉਸਦਾ ਪੁੱਤ ਪੂਰੀ ਤਰ੍ਹਾਂ ਨਾਮਰਦ ਸੀ, ਉਸਦੀ ਨੂੰਹ ਨੇ ਉਹਨਾਂ ਦੇ ਘਰ ਦੀ ਇੱਜ਼ਤ ਨੂੰ ਹੁਣ ਤੱਕ ਮਹਿਫੂਜ਼ ਰੱਖਿਆ ਹੋਇਆ ਸੀ। ਕਦੇ-ਕਦੇ ਉਹ ਆਪਣੇ ਮਨ ਨਾਲ ਹੀ ਗੱਲਾਂ ਕਰਦੀ ਹੋਈ ਕਹਿੰਦੀ ਸੀ, ਨਹੀਂ ਤਾਂ ਘਰ ਵਾਲੇ ਦੇ ਨਖਿੱਧ ਹੋਣ ਕਾਰਨ ਜਵਾਨ ਜਹਾਨ ਵਹੁਟੀਆਂ ਕੰਧਾਂ ਕੋਲੇ ਟੱਪਣ ਨੂੰ ਫੋਰਾ ਨਹੀਂ ਲਾਉਂਦੀਆਂ। ਜਿੱਥੇ ਬਰਿੰਦਰ, ਪ੍ਰਿੰਸੀਪਲ ਮੈਡਮ, ਇਸਤਰੀ ਅਧਿਆਪਕਾਵਾਂ, ਦਰਜਾ 4 ਕਰਮਚਾਰੀਆਂ, ਸਕੂਲ ਵਿੱਚ ਪੜ੍ਹਾਉਂਦੇ ਹੋਰ ਪੁਰਸ਼ ਅਧਿਆਪਕਾਂ ਨੂੰ ਬੇਝਿਜਕ ਬੁਲਾ ਲੈਂਦੇ ਸੀ, ਉੱਥੇ ਉਹ ਸਕੂਲ ਵਿੱਚ ਉਸ ਤੋਂ 2 ਸਾਲ ਪਹਿਲਾਂ ਹੀ ਜੁਆਇਨ ਕਰਨ ਵਾਲੇ ਪੰਜਾਬੀ ਦੇ ਲੈਕਚਰਰ ਦੀਦਾਰ ਸਿੰਘ ਭੱਟੀ ਨੂੰ ਬੁਲਾਉਣ ਤੋਂ, ਉਸ ਨਾਲ ਗੱਲਬਾਤ ਕਰਨ ਤੋਂ ਹਮੇਸ਼ਾ ਝਿਜਕਦੀ ਸੀ। ਉਹ ਉਸ ਤੋਂ ਜਾਣ-ਬੁੱਝ ਕੇ ਪਾਸਾ ਵੱਟ ਜਾਂਦੀ ਸੀ। ਸ਼ੁਰੂ ਵਿੱਚ ਉਹ ਪ੍ਰਿੰਸੀਪਲ ਮੈਡਮ ਦੇ ਕਹਿਣ ਤੇ ਸਵੇਰ ਦੀ ਸਭਾ ਵਿੱਚ ਵਿਦਿਆਰਥਣਾਂ ਨੂੰ ਸੰਤੁਲਿਤ ਭੋਜਨ ਸੰਬੰਧੀ ਇੱਕ ਲੈਕਚਰ ਦੇ ਕੇ ਮੰਚ ਤੋਂ ਹੇਠਾਂ ਉਤਰੀ ਸੀ। ਤਦ ਸਾਹਮਣੇ ਖੜੇ ਭੱਟੀ ਨੇ ਉਸਦੇ ਚਿਹਰੇ ਵੱਲ ਵੇਖਦਿਆਂ ਹੋਇਆਂ ਕਹਿ ਦਿੱਤਾ ਸੀ, ਮੈਡਮ ਬਰਿੰਦਰ ਜੀ, ਜਿੰਨਾ ਸੋਹਣਾ ਤੁਸੀਂ ਲੈਕਚਰ ਦਿੰਦੇ ਹੋ, ਉਸ ਤੋਂ ਵੀ ਜ਼ਿਆਦਾ ਸੋਹਣੇ ਤੁਸੀਂ ਆਪ ਹੋ। ਕੀ ਤੁਸੀਂ ਇਸੇ ਧਰਤੀ ਦੇ ਜੰਪਲ ਹੋ? ਭਾਵੇਂ ਉਸ ਵੇਲੇ ਯਕਦਮ ਘਬਰਾਹਟ ਵਿੱਚ ਆ ਕੇ ਉਸਨੇ ਭੱਟੀ ਨੂੰ ਥੈਂਕ ਯੂ ਸਰ ਬੋਲ ਦਿੱਤਾ ਸੀ, ਪਰੰਤੂ ਪਤਾ ਨਹੀਂ ਕਿਉਂ ਉਸ ਤੋਂ ਬਾਅਦ ਜਦੋਂ ਵੀ ਕਿਤੇ ਉਹਦਾ ਭੱਟੀ ਨਾਲ ਸਾਹਮਣਾ ਹੋ ਜਾਂਦਾ ਜਾਂ ਫਿਰ ਉਹਨਾਂ ਦੀਆਂ ਨਜ਼ਰਾਂ ਮਿਲ ਜਾਂਦੀਆਂ, ਉਹਦਾ ਸੀਨਾ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪੈਂਦਾ। ਇਸੇ ਤਰ੍ਹਾਂ ਕਈ ਵਾਰੀ ਜਦੋਂ ਕਿਤੇ ਉਹ ਲੇਡੀ ਸਟਾਫ ਰੂਮ ਵਿੱਚ ਬਿਲਕੁਲ ਫ੍ਰੀ ਬੈਠੀ ਹੁੰਦੀ ਤਾਂ ਪਤਾ ਨਹੀਂ ਕਿਵੇਂ ਤੇ ਕਿਉਂ ਉਸਦੇ ਖਿਆਲਾਂ ਵਿੱਚ ਭੱਟੀ ਆ ਬਹਿੰਦਾ ਸੀ। ਜਦੋਂ ਕੁਝ ਪਲਾਂ ਬਾਅਦ ਉਸਨੂੰ ਹੋਸ਼ ਪਰਤਦੀ ਤਾਂ ਉਹ ਆਪਣੇ ਸਿਰ ਨੂੰ ਜ਼ੋਰ ਨਾਲ ਝਟਕ ਦਿੰਦੀ ਸੀ। ਕਈ ਵਾਰੀ ਉਸਨੂੰ ਆਪਣੇ ਇਸ ਝੱਲ-ਪੁਣੇ ਉੱਤੇ ਬੜੀ ਖਿਝ ਵੀ ਚੜ੍ਹਦੀ ਸੀ। ਆਪਣੀ ਰੋਜ਼ਾਨਾ ਦੀ ਆਦਤ ਅਨੁਸਾਰ ਉਹ ਅੱਜ ਫੇਰ ਸਵੇਰੇ 4:30 ਵਜੇ ਜਾਗ ਗਈ ਸੀ। ਉਸਨੇ ਉੱਠ ਕੇ ਆਪਣੀ ਕਿਰਿਆ ਸੋਧੀ, ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਰਸੋਈ ਵਿੱਚ ਜਾ ਕੇ ਚਾਹ ਬਣਾਈ, ਗੜਵੀ ਵਿੱਚ ਪਾ ਕੇ ਆਪਣੇ ਬੈੱਡਰੂਮ ਵਿੱਚ ਲੈ ਆਈ। ਉਸਨੇ ਵੇਖਿਆ ਕਿ ਉਸਦਾ ਪਤੀ ਤਾਂ ਅਜੇ ਤੱਕ ਵੀ ਸੁੱਤਾ ਪਿਆ ਸੀ। ਹਾਲਾਂਕਿ ਅੱਗੇ ਉਹ ਬੈਠਾ ਚਾਹ ਦੀ ਉਡੀਕ ਕਰਿਆ ਕਰਦਾ ਸੀ,
ਉਸਨੇ ਸਰਦਾਰ ਸਾਹਿਬ ਕਹਿ ਕੇ 2 ਆਵਾਜ਼ਾਂ ਮਾਰੀਆਂ, ਪਰੰਤੂ ਉਸਦੇ ਘਰ ਵਾਲੇ ਨੇ ਪਾਸਾ ਨਾ ਪਰਤਿਆ। ਜਦੋਂ ਬਰਿੰਦਰ ਨੇ ਕਰਨੈਲ ਦੀ ਬਾਂਹ ਫੜ ਕੇ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਚੀਕ ਨਿਕਲ ਗਈ। ਉਸਨੇ ਵਾਹੋ ਦਾਹੀ ਉਸਦਾ ਸਿਰ ਫੜ ਕੇ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਸਦਾ ਤਾਂ ਭੌਰ ਕਦੋਂ ਦਾ ਉੱਡ ਚੁੱਕਾ ਸੀ। ਉਸਦੀ ਚੀਕ ਸੁਣ ਕੇ ਉਸਦੇ ਬੀਜੀ ਪਾਪਾ ਜੀ ਦੌੜ ਕੇ ਉਹਨਾਂ ਦੇ ਕਮਰੇ ਵਿੱਚ ਆਏ। ਪੁੱਤ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਮਾਂ ਤਾਂ ਉਹਦੇ ਉੱਤੇ ਹੀ ਢੇਰੀ ਹੋ ਗਈ। ਸਰਦਾਰ ਨੇ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਹਿੰਦਰ ਕੁਰੇ, ਆਪਾਂ ਮਾਰੇ ਗਏ, ਲੁੱਟੇ ਗਏ। ਆਪਾਂ ਆਪਣੇ ਨਸ਼ੇੜੀ ਪੁੱਤ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ, ਉਹਨੂੰ ਸਿੱਧੇ ਰਾਹ ਪਾਉਣ ਲਈ ਬਗਾਨੀ ਧੀ ਨੂੰ ਬਲੀ ਦਾ ਬੱਕਰਾ ਬਣਾਇਆ ਸੀ। ਕੁਦਰਤ ਨੇ ਉਸੇ ਗੱਲ ਦੀ ਸਜ਼ਾ ਸਾਨੂੰ ਦਿੱਤੀ ਆ। ਘਰ ਵਿੱਚ ਪੈਂਦੇ ਰੋਣ ਧੋਣ ਨੂੰ ਸੁਣ ਕੇ ਪਹਿਲਾਂ ਗੁਆਂਢੀ ਆ ਗਏ। ਜਿਉਂ-ਜਿਉਂ ਪਤਾ ਲੱਗਦਾ ਗਿਆ, ਪਿੰਡ ਵਾਸੀ ਵੀ ਘਰ ਆ ਗਏ। ਤੁਰਤ ਫੁਰਤ ਸਾਰੀਆਂ ਸਾਕ ਸਕੀਰੀਆਂ ਵਿੱਚ ਫੋਨ ਕਰਕੇ ਸੁਨੇਹੇ ਲਾ ਦਿੱਤੇ ਗਏ। ਸਵੇਰੇ 11:30 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰਨੈਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤੀਜੇ ਦਿਨ ਫੁੱਲ ਚੁਗੇ ਗਏ। ਅਗਲੇ ਐਤਵਾਰ ਨੂੰ ਉਸ ਦਾ ਭੋਗ ਤੇ ਅੰਤਿਮ ਅਰਦਾਸ ਕਰ ਦਿੱਤੀ ਗਈ। ਅੰਤਿਮ ਅਰਦਾਸ ਵਿੱਚ ਬਰਿੰਦਰ ਦੇ ਪੇਕਿਆਂ, ਸਹੁਰਿਆਂ ਤੇ ਉਸ ਦੇ ਸਕੂਲ ਦੇ ਬਹੁਤ ਸਾਰੇ ਸਟਾਫ ਮੈਂਬਰ ਸ਼ਾਮਲ ਹੋਏ। ਪਤੀ ਦੀ ਮੌਤ ਉਪਰੰਤ ਬਰਿੰਦਰ ਨੇ ਬਿਲਕੁਲ ਚੁੱਪ ਹੀ ਧਾਰ ਲਈ। ਇਸ ਤੋਂ ਇਲਾਵਾ ਉਸਨੇ ਕੇਵਲ ਸਫੈਦ ਸੂਟ ਪਹਿਨਣੇ ਸ਼ੁਰੂ ਕਰ ਦਿੱਤੇ। ਜਵਾਈ ਦੇ ਪੂਰਾ ਹੋਣ ਤੇ ਬਰਿੰਦਰ ਦੇ ਮੰਮੀ ਡੈਡੀ ਤਾਂ ਉਸ ਨੂੰ ਆਪਣੇ ਨਾਲ ਹੀ ਲਿਜਾਣਾ ਚਾਹੁੰਦੇ ਸਨ, ਪਰੰਤੂ ਉਹਨੇ ਨਾਲ ਜਾਣ ਤੋਂ ਸਾਫ਼ ਮਨਾ ਕਰ ਦਿੱਤਾ ਸੀ। ਫਿਰ ਉਹਨੇ ਆਪਣੇ ਮੰਮੀ ਡੈਡੀ ਨੂੰ ਕਿਹਾ ਸੀ, ਡੈਡੀ, ਇਹ ਨਹੀਂ ਮੈਥੋਂ ਹੋ ਸਕਣਾ। ਤੁਸੀਂ ਮੈਨੂੰ ਜਿਹੜੇ ਘਰ ਵਿਆਹ ਕੇ ਤੋਰਿਆ ਸੀ, ਮੇਰੀ ਅਰਥੀ ਹੀ ਹੁਣ ਉਸ ਘਰ ਵਿੱਚੋਂ ਨਿਕਲੇਗੀ। ਆਪਣੀ ਧੀ ਦੇ ਦ੍ਰਿੜਤਾ ਭਰੇ ਬੋਲ ਸੁਣ ਕੇ ਉਹ ਦੋਵੇਂ ਜੀ ਚੁੱਪਚਾਪ ਆਪਣੇ ਪਿੰਡ ਨੂੰ ਤੁਰ ਪਏ ਸਨ। ਮੈਡਮ ਬਰਿੰਦਰ ਭਾਵੇਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਤਾਂ ਪਹਿਲਾਂ ਵਾਂਗ ਹੀ ਪੂਰੀ ਰੀਝ ਤੇ ਨੀਝ ਨਾਲ ਪੜ੍ਹਾਉਂਦੀ ਸੀ, ਪਰੰਤੂ ਉਸ ਦੀਆਂ ਅੱਖਾਂ ਵਿਚਲੀ ਚਮਕ, ਉਸ ਦੇ ਗੁਲਾਬੀ ਹੋਠਾਂ ਦੀ ਰੰਗਤ ਤੇ ਉਸ ਦੀ ਚਾਲ ਵਿਚਲਾ ਛੋਲਾਪਣ ਜਿਵੇਂ ਕਿਧਰੇ ਗੁੰਮ ਗਵਾਚ ਗਿਆ ਹੋਵੇ। ਪ੍ਰਿੰਸੀਪਲ ਮੈਡਮ ਤੇ ਕਈ ਇਸਤਰੀ ਅਧਿਆਪਕਾਵਾਂ ਦਬੀ ਜ਼ਬਾਨ ਨਾਲ ਉਸ ਦੇ ਦੂਜੇ ਵਿਆਹ ਦੀ ਗੱਲ ਤਾਂ ਚਲਾਉਂਦੀਆਂ ਸਨ, ਪਰੰਤੂ ਉਹ ਉਸ ਦੀਆਂ ਅੱਖਾਂ ਵਿਚਲੇ ਰੋਹ ਨੂੰ ਵੇਖ ਕੇ ਦੜ ਵੱਟ ਜਾਂਦੀਆਂ ਸਨ। ਉਂਝ ਉਹ ਦਿਲੋਂ ਚਾਹੁੰਦੀਆਂ ਸਨ ਕਿ ਮੈਡਮ ਬਰਿੰਦਰ ਦੇ ਕੱਪੜਿਆਂ ਦੀ ਰੰਗਤ ਇੱਕ ਵਾਰੀ ਫੇਰ ਸਤਰੰਗੀ ਪੀਂਘ ਜਿਹੀ ਹੋ ਜਾਵੇ। ਘਰ ਵਿੱਚ ਵੀ ਇੱਕ ਦਿਨ ਉਹਦੀ ਸੱਸ ਨੇ ਉਹਦੇ ਪਹਿਨੇ ਚਿੱਟੇ ਸੂਟ ਨੂੰ ਵੇਖ ਕੇ ਆਪਣਾ ਦਿਲ ਪੱਕਾ ਕਰਕੇ ਉਹਨੂੰ ਕਹਿ ਦਿੱਤਾ ਸੀ, ਪੁੱਤ ਬਰਿੰਦਰ, ਜੇ ਤੂੰ ਮੇਰੇ ਆਖੇ ਲੱਗੇ ਤਾਂ ਮੈਂ ਤੇ ਤੇਰੇ ਬਾਪੂ ਜੀ ਤੈਨੂੰ ਧੀ ਬਣਾ ਕੇ ਇਸ ਘਰੋਂ ਵਿਦਾ ਕਰਨਾ ਚਾਹੁੰਦੇ ਹਾਂ। ਸ਼ਾਇਦ ਇਸੇ ਤਰ੍ਹਾਂ ਅਸੀਂ ਆਪਣੀ ਕੀਤੀ ਗਲਤੀ ਦਾ ਕੁਝ ਪ੍ਰਾਇਸ਼ਚਿਤ ਕਰ ਸਕੀਏ। ਤਦ ਉਸਨੇ ਕੋਈ ਉੱਤਰ ਨਹੀਂ ਸੀ ਦਿੱਤਾ। ਉਸਨੇ ਆਪਣੀ ਸੱਸ ਨੂੰ ਜੱਫੀ ਵਿੱਚ ਘੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਸਕੂਲ ਵਿੱਚ ਅੱਧੀ ਛੁੱਟੀ ਦੀ ਘੰਟੀ ਵੱਜ ਚੁੱਕੀ ਸੀ। ਮੈਡਮ ਬਰਿੰਦਰ ਲੇਡੀ ਸਟਾਫ ਰੂਮ ਵਿੱਚ ਖਾਣਾ ਖਾ ਚੁੱਕੀ ਸੀ। ਹੁਣੇ ਉਹ ਹੱਥ ਧੋ ਕੇ ਹਟੀ ਸੀ। ਉਸੇ ਵੇਲੇ ਸਕੂਲ ਦੀ ਸੇਵਿਕਾ ਬੀਬੀ ਆਸ਼ਾ ਰਾਣੀ ਅੰਦਰ ਆਈ। ਉਹ ਬੋਲੀ, ਮੈਡਮ ਜੀ, ਪ੍ਰਿੰਸੀਪਲ ਮੈਡਮ ਤੁਹਾਨੂੰ ਦਫ਼ਤਰ ਵਿੱਚ ਬੁਲਾ ਰਹੇ ਹਨ। ਜਿਉਂ ਹੀ ਉਹ ਦਫ਼ਤਰ ਦਾ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਪ੍ਰਿੰਸੀਪਲ ਨੇ ਉਸ ਨੂੰ ਕਿਹਾ, ਮੈਡਮ ਬਰਿੰਦਰ ਕੌਰ, ਆ ਜਾਓ, ਬੈਠੋ। ਜਿਉਂ ਹੀ ਉਹ ਖਾਲੀ ਪਈ ਕੁਰਸੀ ਤੇ ਬੈਠੀ ਤਦ ਪ੍ਰਿੰਸੀਪਲ ਨੇ ਕਿਹਾ, ਇਹਨਾਂ ਨੂੰ ਮਿਲੋ। ਇਹ ਡਾਕਟਰ ਦਲਜੀਤ ਕੌਰ ਮੰਗਟ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ, ਮਾਡਲ ਟਾਊਨ ਪਟਿਆਲਾ ਵਿੱਚ ਪ੍ਰਿੰਸੀਪਲ ਹਨ। ਅਸੀਂ ਦੋਵੇਂ ਬਚਪਨ ਤੋਂ ਸਹੇਲੀਆਂ ਹਾਂ, ਹਮ ਜਮਾਤੀ ਵੀ ਰਹੀਆਂ ਹਾਂ। ਅਸੀਂ ਜਦੋਂ ਵੀ ਆਪਸ ਵਿੱਚ ਮਿਲਦੀਆਂ ਜਾਂ ਇੱਕ ਦੂਜੀ ਨੂੰ ਫੋਨ ਕਰਦੀਆਂ ਤਦ ਮੈਂ ਅਕਸਰ ਤੁਹਾਡੀ ਗੱਲ ਕਰ ਲੈਂਦੀ ਸਾਂ ਕਿ ਮੇਰੇ ਸਕੂਲ ਵਿੱਚ ਅੰਗਰੇਜ਼ੀ ਦੀ ਮਿਸਟਰੈਸ ਮੈਡਮ ਬਰਿੰਦਰ ਕੌਰ ਬਹੁਤ ਹੀ ਸੁਹਿਰਦ, ਨੇਕ, ਮਿਹਨਤੀ ਤੇ ਬਹੁਤ ਹੀ ਪਿਆਰੀ ਲੜਕੀ ਆ। ਅੱਜ ਇਹ ਸਪੈਸ਼ਲ ਤੁਹਾਨੂੰ ਮਿਲਣ ਲਈ ਪਟਿਆਲੇ ਤੋਂ ਆਏ ਹਨ। ਮੈਡਮ ਬਰਿੰਦਰ ਨੇ ਆਪਣੇ ਪ੍ਰਿੰਸੀਪਲ ਦੀਆਂ ਸਾਰੀਆਂ ਗੱਲਾਂ ਸੁਣ ਕੇ ਪ੍ਰਿੰਸੀਪਲ ਮੰਗਟ ਨੂੰ ਸਤਿ ਸ੍ਰੀ ਅਕਾਲ ਬੁਲਾਈ। ਪ੍ਰਿੰਸੀਪਲ ਨੇ ਵੀ ਸਤਿ ਸ੍ਰੀ ਅਕਾਲ ਦਾ ਜਵਾਬ ਬਹੁਤ ਹੀ ਇਤਫਾਕ ਸਹਿਤ ਦਿੰਦਿਆਂ ਹੋਇਆਂ ਆਖਿਆ, ਬਰਿੰਦਰ, ਪ੍ਰਿੰਸੀਪਲ ਨੀਰਜਾ ਨੇ ਤੁਹਾਡੇ ਬਾਰੇ ਮੈਨੂੰ ਜੋ ਕਿਹਾ ਸੀ ਉਹ ਬਿਲਕੁਲ ਦਰੁਸਤ ਹੀ ਕਿਹਾ ਸੀ। ਮੰਗਟ ਮੈਡਮ ਦੇ ਮੂੰਹੋਂ ਆਪਣੀ ਵਡਿਆਈ ਸੁਣ ਕੇ ਉਸ ਨੂੰ ਬਹੁਤ ਵਧੀਆ ਲੱਗਿਆ, ਪਰੰਤੂ ਅਜੇ ਤੱਕ ਉਸ ਨੂੰ ਇਹ ਸਮਝ ਨਹੀਂ ਸੀ ਲੱਗੀ ਕਿ ਪ੍ਰਿੰਸੀਪਲ ਨੇ ਮੈਨੂੰ ਇੱਥੇ ਦਫ਼ਤਰ ਵਿੱਚ ਕਿਉਂ ਬੁਲਾਇਆ ਹੈ।
ਪ੍ਰਿੰਸੀਪਲ ਮਾਂਗਟ ਸਪੈਸ਼ਲ ਪਟਿਆਲੇ ਤੋਂ ਚੱਲ ਕੇ ਮੈਨੂੰ ਮਿਲਣ ਲਈ ਕਿਉਂ ਆਏ ਹਨ? ਆਪਣੇ ਮਨ ਵਿੱਚ ਹੀ ਗੁਣਾ ਤਕਸੀਮ ਕਰਦੀ ਹੋਈ ਬਰਿੰਦਰ ਨੇ ਮੈਡਮ ਮਾਂਗਟ ਨੂੰ ਪੁੱਛਿਆ, ਪ੍ਰਿੰਸੀਪਲ ਮੈਡਮ, ਦੱਸੋ ਜੀ, ਮੇਰੇ ਲਈ ਕੀ ਹੁਕਮ ਹੈ? ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ? ਪ੍ਰਿੰਸੀਪਲ ਨੇ ਬਰਿੰਦਰ ਦੇ ਅੰਦਰ ਉੱਠਦੇ ਸਵਾਲਾਂ ਨੂੰ ਭਾਂਪਦਿਆਂ ਹੋਇਆਂ ਆਖਿਆ, ਕੋਈ ਗੱਲ ਨਹੀਂ, ਅਜੇ ਹੁਣੇ ਤਾਂ ਆਪਾਂ ਮਿਲੇ ਆ, ਕਾਹਲੀ ਕਾਹਦੀ ਆ? ਦੇਖੋ ਮੈਡਮ ਬਰਿੰਦਰ, ਜਿਸ ਮਕਸਦ ਲਈ ਮੈਂ ਅੱਜ ਉਚੇਚੇ ਤੌਰ ਤੇ ਤੁਹਾਨੂੰ ਮਿਲਣ ਆਈ ਹਾਂ, ਉਹਦੇ ਵਾਸਤੇ ਮੈਂ ਤੁਹਾਨੂੰ ਹੁਕਮ ਕੋਈ ਨਹੀਂ ਕਰ ਸਕਦੀ। ਤੁਸੀਂ ਤਾਂ ਮੇਰੀ ਛੋਟੀ ਭੈਣ ਜਿਹੇ ਹੋ। ਹਾਂ, ਤੁਹਾਨੂੰ ਬੇਨਤੀ ਜ਼ਰੂਰ ਕਰ ਸਕਦੀ ਹਾਂ, ਜੇਕਰ ਤੁਸੀਂ ਪ੍ਰਵਾਨ ਕਰ ਸਕੋ। ਬਰਿੰਦਰ ਨੇ ਮਾਂਗਟ ਮੈਡਮ ਦੇ ਇਰਾਦੇ ਨੂੰ ਕੁਝ ਭਾਂਪਦਿਆਂ ਹੋਇਆਂ ਉਸ ਦੀਆਂ ਅੱਖਾਂ ਵਿੱਚ ਪ੍ਰਸ਼ਨ ਸੂਚਕ ਨਜ਼ਰਾਂ ਨਾਲ ਵੇਖਦਿਆਂ ਹੋਇਆਂ ਆਖਿਆ, ਪ੍ਰਿੰਸੀਪਲ ਮੈਡਮ, ਤੁਸੀਂ ਉਮਰ ਤੇ ਅਹੁਦੇ ਵਿੱਚ ਮੇਰੇ ਤੋਂ ਵੱਡੇ ਹੋ। ਫਿਰ ਤੁਸੀਂ ਮੇਰੇ ਪ੍ਰਿੰਸੀਪਲ ਮੈਡਮ ਜੀ ਦੀ ਬਚਪਨ ਦੀ ਸਹੇਲੀ ਹੋ, ਉਹਨਾਂ ਦੀ ਕਲਾਸਮੇਟ ਰਹੇ ਹੋ। ਇਸ ਲਿਹਾਜ਼ ਨਾਲ ਤੁਹਾਨੂੰ ਪੂਰਾ ਹੱਕ ਆ ਕਿ ਤੁਸੀਂ ਮੇਰੇ ਤੇ ਭਰੋਸਾ ਕਰਕੇ ਮੈਨੂੰ ਕੋਈ ਵੀ ਹੁਕਮ ਕਰੋ। ਤੁਸੀਂ ਜੋ ਵੀ ਹੁਕਮ ਕਰੋਗੇ, ਜੇਕਰ ਉਹ ਮੇਰੇ ਹੱਥ ਵੱਸ ਹੋਇਆ ਤਾਂ ਮੈਂ ਉਸ ਨੂੰ ਆਪਣੀ ਜਾਨ ਦੇ ਕੇ ਵੀ ਪੂਰਾ ਕਰੂੰਗੀ। ਬਸ ਤੁਸੀਂ ਹੁਕਮ ਕਰੋ ਜੀ। ਆਖਰੀ ਵਾਕ ਬਰਿੰਦਰ ਨੇ ਪੂਰੇ ਦਾਅਵੇ ਨਾਲ ਕਹਿ ਤਾਂ ਦਿੱਤਾ ਸੀ, ਪਰੰਤੂ ਉਸ ਨੂੰ ਆਪਣੇ ਅੰਦਰ ਹੀ ਅੰਦਰ ਇੱਕ ਧੜਕੂ ਵੀ ਲੱਗਾ ਹੋਇਆ ਸੀ ਕਿ ਪਤਾ ਨਹੀਂ ਪ੍ਰਿੰਸੀਪਲ ਮੈਡਮ ਕੀ ਹੁਕਮ ਕਰਨ ਵਾਲੇ ਹਨ। ਮੈਡਮ ਮਾਂਗਟ ਆਪਣੀ ਕੁਰਸੀ ਤੋਂ ਉੱਠੀ। ਉਹ ਬਰਿੰਦਰ ਦੇ ਬਿਲਕੁਲ ਨੇੜੇ ਆ ਗਈ। ਉਸਨੇ ਉਸਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਫਿਰ 2-3 ਵਾਰ ਉਸਦੇ ਵਾਲਾਂ ਵਿੱਚ ਹੱਥ ਫੇਰਿਆ। ਤਦ ਉਹ ਬੋਲੀ, ਮੇਰੀ ਪਿਆਰੀ ਬਰਿੰਦਰ, ਤੂੰ ਸੱਚਮੁੱਚ ਪ੍ਰਿੰਸੀਪਲ ਨੀਰਜਾ ਦੇ ਕਹਿਣ ਅਨੁਸਾਰ ਬਹੁਤ ਹੀ ਪਿਆਰੀ ਕੁੜੀ ਆ। ਤੇਰੀ ਸੂਝ-ਬੂਝ, ਸਿਆਣਪ, ਲਿਆਕਤ, ਸੁਹਿਰਦਤਾ, ਸੁਹੱਪਨ ਦਾ ਕੋਈ ਜਵਾਬ ਨਹੀਂ ਆ। ਮੈਂ ਤੇਰੇ ਕੋਲੋਂ ਅਜਿਹਾ ਕੁਝ ਵੀ ਨਹੀਂ ਮੰਗਣ ਆਈ ਜਿਸ ਲਈ ਤੈਨੂੰ ਜਾਨ ਵਾਰਨ ਦੀ ਲੋੜ ਪਵੇ। ਹਾਂ, ਜੇਕਰ ਤੁਸੀਂ ਤੇ ਤੁਹਾਡੇ ਪਰਿਵਾਰ ਵਾਲੇ ਸਵੀਕਾਰ ਕਰਨ ਤਾਂ ਮੈਂ ਆਪਣੇ ਛੋਟੇ ਵੀਰ ਦੀਦਾਰ ਸਿੰਘ ਭੱਟੀ ਲਈ ਤੁਹਾਡਾ ਹੱਥ ਮੰਗਣ ਆਈ ਹਾਂ। ਦੀਦਾਰ ਮੇਰਾ ਸਕਾ ਭਰਾ ਹੈ, ਮੇਰੇ ਨਾਲੋਂ 10 ਸਾਲ ਛੋਟਾ ਹੈ। ਉਸਨੇ ਮੈਨੂੰ ਤੇਰੇ ਬਾਰੇ ਸਾਰਾ ਕੁਝ ਦੱਸ ਦਿੱਤਾ। ਦੀਦਾਰ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ, ਉਹ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਸਾਡੇ ਸਾਰੇ ਪਰਿਵਾਰ ਨੂੰ ਤੇਰੇ ਬੀਤੇ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ, ਨਾ ਹੀ ਅਸੀਂ ਤੁਹਾਡੇ ਉਸ ਬੀਤੇ ਸਮੇਂ ਸੰਬੰਧੀ ਕਦੀ ਕੋਈ ਸਵਾਲ ਤੁਹਾਨੂੰ ਪੁੱਛਾਂਗੇ। ਹਾਲਾਂਕਿ ਮੇਰੇ ਛੋਟੇ ਵੀਰ ਨੂੰ ਬਹੁਤ ਵੱਡੇ ਵੱਡੇ ਘਰਾਂ ਦੀਆਂ ਪੜ੍ਹੀਆਂ ਲਿਖੀਆਂ ਸਰਵਿਸ ਕਰਦੀਆਂ ਕੁੜੀਆਂ ਦੇ ਰਿਸ਼ਤੇ ਆ ਰਹੇ ਹਨ, ਪਰੰਤੂ ਉਹਦੀ ਇੱਕੋ ਜ਼ਿੱਦ ਹੈ ਕਿ ਜੇਕਰ ਉਹ ਵਿਆਹ ਕਰਵਾਏਗਾ ਤਾਂ ਕੇਵਲ ਮੈਡਮ ਬਰਿੰਦਰ ਨਾਲ ਹੀ ਕਰਵਾਏਗਾ, ਨਹੀਂ ਤਾਂ ਉਹ ਵਿਆਹ ਹੀ ਨਹੀਂ ਕਰਵਾਏਗਾ। ਬਰਿੰਦਰ, ਤੁਸੀਂ ਆਪਣੇ ਘਰ ਜਾ ਕੇ ਬੜੇ ਠੰਡੇ ਮਤੇ ਨਾਲ ਵਿਚਾਰ ਕਰਨਾ ਕਿ ਤੁਹਾਡੇ ਅੰਦਰਲੇ ਮਨ ਦਾ ਕੀ ਫੈਸਲਾ ਹੈ। ਹਾਂ, ਇੱਕ ਗੱਲ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦੀ ਹਾਂ, ਜੇਕਰ ਕੁਦਰਤ ਸਾਡੇ ਪਰਿਵਾਰ ਤੇ ਮਿਹਰਬਾਨ ਹੋਈ ਤਾਂ ਤੁਸੀਂ ਮੇਰੇ ਛੋਟੇ ਵੀਰ ਨਾਲ ਵਿਆਹੇ ਗਏ ਤਾਂ ਮੇਰਾ ਵੀਰ ਦੁਨੀਆ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾਏਗਾ, ਜਿਹੜੀਆਂ ਖੁਸ਼ੀਆਂ ਦੀ ਤਾਂਘ ਹਰ ਇੱਕ ਮੁਟਿਆਰ ਆਪਣੀ ਹਿਰਦੇ ਵਿੱਚ ਰੱਖਦੀ ਹੁੰਦੀ ਆ। ਬਸ, ਇਸ ਤੋਂ ਵੱਧ ਮੈਂ ਹੋਰ ਕੁਝ ਵੀ ਨਹੀਂ ਕਹਿਣਾ। ਪ੍ਰਿੰਸੀਪਲ ਮਾਂਗਟ ਦੀਆਂ ਗੱਲਾਂ ਸੁਣ ਬਰਿੰਦਰ ਨੇ ਬਹੁਤ ਹੀ ਨਿਮਰਤਾ ਸਹਿਤ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਸਤਿਕਾਰਯੋਗ ਪ੍ਰਿੰਸੀਪਲ ਮੈਡਮ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਪਟਿਆਲੇ ਤੋਂ ਚੱਲ ਕੇ ਆਏ ਹੋ। ਦੂਜਾ, ਤੁਸੀਂ ਆਪ ਬੜੇ ਸਨਮਾਨਜਨਕ ਅਹੁਦੇ ਤੇ ਬਿਰਾਜਮਾਨ ਹੋ। ਤੁਹਾਡੇ ਵੀਰ ਜੀ ਭੱਟੀ ਸਰ ਵੀ ਲੈਕਚਰਰ ਲੱਗੇ ਹੋਏ ਹਨ। ਫਿਰ ਵੀ ਤੁਸੀਂ ਮੇਰੇ ਵਿੱਚ ਭਰੋਸਾ ਜਤਾਇਆ ਹੈ, ਮੈਨੂੰ ਆਪਣੇ ਵੀਰ ਜੀ ਨਾਲ ਵਿਆਹ ਲਈ ਆਫਰ ਕੀਤੀ ਆ, ਜਿਸ ਲਈ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ। ਪਰੰਤੂ ਇਸ ਸੰਦਰਭ ਵਿੱਚ ਫਿਲਹਾਲ ਮੈਂ ਆਪਣੇ ਪੱਧਰ ਤੇ ਕੁਝ ਵੀ ਨਹੀਂ ਸੋਚਿਆ। ਤੀਜਾ, ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਹੈ ਕਿ ਮੈਂ ਵਿਡੋ ਹਾਂ। ਮੇਰੇ ਆਪਣੇ ਮੰਮੀ ਡੈਡੀ ਨੇ ਤਾਂ ਮੈਨੂੰ ਇੱਕ ਵਾਰੀ ਵਿਆਹ ਕੇ ਆਪਣਾ ਫਰਜ਼ ਨਿਭਾ ਦਿੱਤਾ। ਅੱਗੇ ਮੈਨੂੰ ਖੁਸ਼ੀ ਮਿਲੇ ਜਾਂ ਦੁੱਖ ਮਿਲੇ, ਇਹ ਮੇਰੇ ਆਪਣੇ ਹਿੱਸੇ ਆਏ ਹਨ। ਇਸ ਵਿੱਚ ਮੇਰੇ ਜਨਮਦਾਤੇ ਤੇ ਮੇਰੀ ਸੱਸ ਮਾਂ ਤੇ ਬਾਪੂ ਜੀ ਦਾ ਕੋਈ ਦੋਸ਼ ਨਹੀਂ ਆ। ਬਾਕੀ ਹੁਣ ਮੇਰੇ ਜੀਵਨ ਦਾ ਫੈਸਲਾ ਮੇਰੀ ਸੱਸ ਮਾਂ ਤੇ ਬਾਪੂ ਜੀ ਹੀ ਕਰਨਗੇ। ਮੈਂ ਉਹਨਾਂ ਦੀ ਆਗਿਆ ਤੋਂ ਬਗੈਰ ਕੋਈ ਵੀ ਵਾਅਦਾ ਤੁਹਾਡੇ ਨਾਲ ਨਹੀਂ ਕਰ ਸਕਦੀ। ਬਿਹਤਰ ਹੋਵੇਗਾ ਕਿ ਤੁਸੀਂ ਮੇਰੇ ਸੱਸ ਮਾਂ ਅਤੇ ਬਾਪੂ ਜੀ ਨਾਲ ਹੀ ਸਲਾਹ ਕਰ ਲਵੋ। ਇਸ ਦੇ ਨਾਲ ਹੀ ਮੈਂ ਇਹ ਵੀ ਚਾਹੁੰਦੀ ਹਾਂ ਕਿ ਭੱਟੀ ਸਰ ਨੂੰ ਮੇਰੇ ਪਿਛਲੇ ਜੀਵਨ ਬਾਰੇ ਸਪਸ਼ਟ ਦੱਸ ਦਿੱਤਾ ਜਾਵੇ। ਬਰਿੰਦਰ ਦੀ ਗੱਲ ਪੂਰੀ ਹੋਣ ਤੇ ਇਸ ਵਾਰੀ ਨੀਰਜਾ ਮੈਡਮ ਬੋਲੀ,
ਦਿਦਾਰ ਨੂੰ ਤੁਹਾਡੇ ਅਤੀਤ ਬਾਰੇ ਸਭ ਕੁਝ ਜਾਣਕਾਰੀ ਹੈ। ਇਸ ਸੰਬੰਧੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਬਰਿੰਦਰ ਮੈਡਮ ਦੇ ਅਤੀਤ ਨਾਲ ਕੋਈ ਸਰੋਕਾਰ ਨਹੀਂ ਆ। ਹੁਣ ਦੱਸੋ, ਤੁਹਾਡਾ ਕੀ ਵਿਚਾਰ ਆ? ਬਰਿੰਦਰ ਨੇ ਆਪਣੀ ਪਹਿਲਾਂ ਵਾਲੀ ਗੱਲ ਹੀ ਦੁਹਰਾਉਂਦਿਆਂ ਕਿਹਾ, ਮੈਡਮ, ਇਸ ਸੰਬੰਧੀ ਮੈਂ ਕੋਈ ਫੈਸਲਾ ਨਹੀਂ ਕਰਨਾ। ਜੋ ਵੀ ਫੈਸਲਾ ਹੋਵੇਗਾ ਮੇਰੀ ਸੱਸ ਤੇ ਬਾਪੂ ਜੀ ਦਾ ਹੋਵੇਗਾ। ਫਿਰ ਉਹ ਦੋਵਾਂ ਕੋਲੋਂ ਇਜਾਜ਼ਤ ਲੈ ਕੇ ਲੇਡੀ ਸਟਾਫ ਰੂਮ ਵੱਲ ਤੁਰ ਪਈ। ਬਰਿੰਦਰ ਦੇ ਆਫਿਸ ਵਿੱਚੋਂ ਚਲੇ ਜਾਣ ਉਪਰੰਤ ਪ੍ਰਿੰਸੀਪਲ ਮਾਂਗਟ ਨੇ ਨੀਰਜਾ ਕੋਲ ਬਰਿੰਦਰ ਦੀ ਭਰਪੂਰ ਸ਼ਲਾਘਾ ਕੀਤੀ। ਫਿਰ ਉਹ ਬੋਲੀ, ਸੂਦ ਮੈਡਮ, ਸਾਨੂੰ ਹੀ ਬਰਿੰਦਰ ਦੇ ਸਹੁਰੇ ਘਰ ਜਾਣਾ ਚਾਹੀਦਾ। ਕੱਲ ਐਤਵਾਰ ਆ, ਪ੍ਰੋਫੈਸਰ ਸਾਹਿਬ ਨੂੰ ਵੀ ਯੂਨੀਵਰਸਿਟੀ ਤੋਂ ਛੁੱਟੀ ਆ। ਤੁਸੀਂ, ਮੈਂ ਤੇ ਪ੍ਰੋਫੈਸਰ ਸਾਹਿਬ ਕੱਲ ਸਵੇਰੇ ਬਰਿੰਦਰ ਦੇ ਘਰ ਚੱਲਦੇ ਹਾਂ। ਖੁਸ਼ੀ ਦੇ ਰੌਂਮ ਵਿੱਚ ਨੀਰਜਾ ਸੂਦ ਨੇ ਵੀ ਨਾਲ ਚੱਲਣ ਲਈ ਉਸੇ ਵੇਲੇ ਹਾਮੀ ਭਰ ਦਿੱਤੀ। ਅਗਲੇ ਦਿਨ ਸਵੇਰੇ ਪ੍ਰੋਫੈਸਰ ਮਹਿੰਦਰ ਸਿੰਘ ਮਾਂਗਟ, ਦਲਜਿੰਦਰ, ਨੀਰਜਾ ਸੂਦ ਪਿੰਡ ਕਾਲਾ ਝਾੜ ਪਹੁੰਚ ਗਏ। ਉਹ ਬਰਿੰਦਰ ਦੇ ਸਹੁਰੇ ਘਰ ਪਿੰਡ ਦੇ ਕਹਿੰਦੇ ਕਹਾਉਂਦੇ ਸਰਦਾਰ ਦੀ ਮਹਿਲਨੁਮਾ ਕੋਠੀ ਨੂੰ ਵੇਖ ਕੇ ਹੈਰਾਨ ਹੀ ਰਹਿ ਗਏ। ਤਿੰਨਾਂ ਨੇ ਹੀ ਸਰਦਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਸਰਦਾਰ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ। ਫਿਰ ਉਹਨਾਂ ਨੂੰ ਘਰ ਵਿੱਚ ਬਣੇ ਆਲੀਸ਼ਾਨ ਡਰਾਇੰਗ ਰੂਮ ਵਿੱਚ ਜਾ ਬਿਠਾਇਆ। ਤਿੰਨਾਂ ਦੇ ਚਿਹਰਿਆਂ ਵੱਲ ਵੇਖ ਕੇ ਅਜੀਤ ਸਿੰਘ ਨੇ ਕਿਹਾ, ਮੈਂ ਤੁਹਾਨੂੰ ਪਛਾਣਿਆ ਨਹੀਂ ਜੀ, ਤੁਸੀਂ ਦੱਸੋ ਕਿਵੇਂ ਦਰਸ਼ਨ ਦਿੱਤੇ? ਪ੍ਰੋਫੈਸਰ ਨੇ ਗੱਲ ਦੀ ਲੜੀ ਆਪਣੇ ਹੱਥ ਵਿੱਚ ਲੈਂਦਿਆਂ ਹੋਇਆਂ ਕਿਹਾ, ਸਰਦਾਰ ਸਾਹਿਬ, ਮੈਂ ਪ੍ਰੋਫੈਸਰ ਮਹਿੰਦਰ ਸਿੰਘ ਮਾਂਗਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਪੜ੍ਹਾਉਂਦਾ ਹਾਂ। ਇਹ ਮੇਰੇ ਨਾਲ ਮੇਰੇ ਸ਼੍ਰੀਮਤੀ ਜੀ ਹਨ। ਇਹ ਸਾਹਮਣੇ ਪ੍ਰਿੰਸੀਪਲ ਨੀਰਜਾ ਸੂਦ ਹਨ, ਜੋ ਭਵਾਨੀਗੜ੍ਹ ਕੁੜੀਆਂ ਦੇ ਸਕੂਲ ਵਿੱਚ ਪ੍ਰਿੰਸੀਪਲ ਹਨ। ਜੀ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ, ਸਰਦਾਰ ਨੇ ਆਖਿਆ। ਉਸੇ ਵੇਲੇ ਘਰ ਵਿੱਚ ਕੰਮ ਕਰਦੀ ਸੇਵਿਕਾ ਅਨੁਰਾਧਾ ਇੱਕ ਟਰੇ ਵਿੱਚ ਪਾਣੀ ਦੇ ਗਲਾਸ ਰੱਖ ਕੇ ਲੈ ਆਈ। ਨਾਲ ਹੀ ਸਰਦਾਰਨੀ ਨੇ ਡਰਾਇੰਗ ਰੂਮ ਵਿੱਚ ਆ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਸਾਰਿਆਂ ਨੇ ਆਪਣੀ ਲੋੜ ਅਨੁਸਾਰ ਪਾਣੀ ਪੀਤਾ। ਫਿਰ ਪ੍ਰਿੰਸੀਪਲ ਸੂਦ ਬੋਲੀ, ਸਰਦਾਰ ਸਾਹਿਬ, ਤੁਹਾਡੇ ਘਰ ਦੀ ਨੂੰਹ ਬਰਿੰਦਰ ਮੇਰੇ ਹੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਸੀਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਹਾਂ। ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਬਰਿੰਦਰ ਦੇ ਪਤੀ ਨੂੰ ਸੰਸਾਰ ਵਿੱਚੋਂ ਗਿਆ ਲਗਭਗ 1 ਸਾਲ ਹੋਣ ਵਾਲਾ। ਕੀ ਤੁਸੀਂ ਬਰਿੰਦਰ ਦੇ ਭਵਿੱਖ ਸੰਬੰਧੀ ਕੋਈ ਫੈਸਲਾ ਲਿਆ ਹੈ? ਇਸ ਸਮੇਂ ਸਰਦਾਰਨੀ ਬੋਲੀ, ਹਾਂਜੀ ਭੈਣ ਜੀ, ਬਰਿੰਦਰ ਤਾਂ ਕੱਲ ਦੀ ਜਵਾਕੜੀ ਆ। ਐਡੀ ਪਹਾੜ ਜਿੰਨੀ ਲੰਮੀ ਜ਼ਿੰਦਗੀ ਭਲਾ ਇਦਾਂ ਕਿਵੇਂ ਲੰਘੇਗੀ? ਸਾਡਾ ਦੋਹਾਂ ਜੀਆਂ ਦਾ ਕੀ ਪਤਾ ਕਦੋਂ ਅੱਖਾਂ ਮੀਟ ਜਾਈਏ। ਇਸ ਲਈ ਬਰਿੰਦਰ ਨੂੰ ਤਾਂ ਅਸੀਂ ਕਿਸੇ ਯੋਗ ਥਾਂ ਤੇ ਤੋਰਨਾ ਹੀ ਆ। ਸਰਦਾਰਨੀ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸੂਦ ਮੈਡਮ ਬੋਲੀ, ਦੇਖੋ ਸਰਦਾਰਨੀ ਜੀ, ਸਾਹਮਣੇ ਦਲਜੀਤ ਕੌਰ ਮਾਂਗਟ ਬੈਠੇ ਹਨ। ਇਹਨਾਂ ਦਾ ਛੋਟਾ ਵੀਰ ਦਿਦਾਰ ਸਿੰਘ ਭੱਟੀ ਪੰਜਾਬੀ ਦਾ ਲੈਕਚਰਰ ਲੱਗਾ ਹੋਇਆ। ਅਸੀਂ ਤਾਂ ਬੜੇ ਮਾਣ ਨਾਲ ਇਹਨਾਂ ਦੇ ਛੋਟੇ ਵੀਰ ਲਈ ਬਰਿੰਦਰ ਦਾ ਹੱਥ ਮੰਗਣ ਆਏ ਹਾਂ। ਤਦ ਸਰਦਾਰਨੀ ਨੇ ਪੁੱਛਿਆ, ਭੈਣ ਜੀ, ਕੀ ਤੁਹਾਡੇ ਵੀਰ ਨੂੰ ਬਰਿੰਦਰ ਦੇ ਪਿਛਲੇ ਜੀਵਨ ਬਾਰੇ ਸਾਰੀ ਜਾਣਕਾਰੀ ਹੈ? ਕਿਤੇ ਅਜਿਹਾ ਨਾ ਹੋਵੇ ਕਿ ਕੱਲ ਨੂੰ ਉਹ ਸਾਡੀ ਧੀ ਨੂੰ ਤਾਨੇ ਮਿਹਣੇ ਮਾਰੇ। ਪਹਿਲਾਂ ਤਾਂ ਅਸੀਂ ਬਰਿੰਦਰ ਦੇ ਦੁੱਖਾਂ ਨੂੰ ਦੇਖ ਕੇ ਆਪਣੇ ਸੀਨੇ ਤੇ ਪੱਥਰ ਧਰ ਲਿਆ। ਅਸੀਂ ਹੁਣ ਆਪਣੀ ਧੀ ਵੱਲੋਂ ਸੁੱਖ ਦੀ ਵਾਹ ਹੀ ਲੋੜਦੇ ਹਾਂ। ਸਰਦਾਰਨੀ ਦੀਆਂ ਕੋਰੀਆਂ ਕਰਾਰੀਆਂ ਗੱਲਾਂ ਸੁਣ ਕੇ ਇਸ ਵਾਰੀ ਮਾਂਗਟ ਨੇ ਕਿਹਾ, ਤੁਸੀਂ ਇਸ ਗੱਲ ਦਾ ਕੋਈ ਫਿਕਰ ਨਾ ਕਰੋ। ਮੇਰੇ ਵੀਰ ਨੂੰ ਬਰਿੰਦਰ ਦੇ ਪਿਛੋਕੜ ਬਾਰੇ ਸਭ ਜਾਣਕਾਰੀ ਹੈ। ਤੁਸੀਂ ਦੇਖੋ ਸਰਦਾਰਨੀ ਜੀ, ਬੇਸ਼ੱਕ ਮੇਰੇ ਵੀਰ ਨੂੰ ਨਿੱਤ ਨਵੇਂ ਰਿਸ਼ਤੇ ਆ ਰਹੇ ਹਨ, ਪਰੰਤੂ ਉਹ ਬਰਿੰਦਰ ਨਾਲ ਹੀ ਵਿਆਹ ਕਰਾਉਣ ਲਈ ਬਜ਼ਿੱਦ ਹੈ। ਇਸ ਵੇਲੇ ਸਰਦਾਰ ਬੋਲਿਆ, ਜੇਕਰ ਮੁੰਡਾ ਸਾਡੀ ਰਾਣੀ ਧੀ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੈ ਤਾਂ ਫਿਰ ਸਾਨੂੰ ਕੀ ਇਤਰਾਜ਼ ਹੋ ਸਕਦਾ? ਫਿਰ ਸਾਡੀ ਵੀ ਸਹਿਮਤੀ ਆ। ਸਰਦਾਰਨੀ, ਨੀਰਜਾ ਸੂਦ, ਮੈਡਮ ਮਾਂਗਟ ਉਸੇ ਵੇਲੇ ਉੱਠ ਕੇ ਅੰਦਰ ਬਰਿੰਦਰ ਕੋਲ ਚਲੀਆਂ ਗਈਆਂ। ਸਰਦਾਰਨੀ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਲਿਆ, ਉਸਦੇ ਮੱਥੇ ਤੇ ਪਿਆਰ ਕੀਤਾ। ਫਿਰ ਉਹ ਬੋਲੀ, ਲੈ ਧੀਏ, ਜਿਵੇਂ ਤੇਰੇ ਬਾਪੂ ਜੀ ਤੈਨੂੰ ਵਿਆਹ ਕੇ ਇਸ ਕੋਠੀ ਵਿੱਚ ਲਿਆਏ ਸਨ, ਉਵੇਂ ਹੀ ਅਸੀਂ ਤੈਨੂੰ ਵਿਆਹ ਕੇ ਹੁਣ ਆਪਣੇ ਹੱਥੀਂ ਕੰਨਿਆਦਾਨ ਕਰਾਂਗੇ। ਉਸਨੇ ਆਪਣੀ ਸੱਸ ਮਾਂ ਨੂੰ ਜ਼ੋਰ ਨਾਲ ਘੁੱਟ ਲਿਆ। ਤਦ ਉਹ ਬੋਲੀ, ਬੀਜੀ। ਇਸ ਤੋਂ ਪਿੱਛੋਂ ਉਹ ਹੋਰ ਇੱਕ ਵੀ ਸ਼ਬਦ ਨਾ ਬੋਲ ਸਕੀ। ਬਸ ਉਸਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਸਰਦਾਰਨੀ ਨੇ ਆਪਣੀ ਨੂੰਹ ਦੇ ਵਹਿ ਰਹੇ ਹੰਝੂਆਂ ਦੀ ਭਾਸ਼ਾ ਨੂੰ ਸਮਝਦੇ ਹੋਏ ਮਾਂਗੜ ਤੇ ਨੀਰਜਾ ਸੂਦ ਨੂੰ
ਵਧਾਈਆਂ ਦੇ ਦਿੱਤੀਆਂ। ਚਾਹ ਪਾਣੀ ਪੀ ਕੇ ਪਟਿਆਲੇ ਤੋਂ ਆਏ ਮਹਿਮਾਨ ਖੁਸ਼ੀ-ਖੁਸ਼ੀ ਦੁਪਹਿਰ ਤੋਂ ਪਹਿਲਾਂ ਵਿਦਾ ਹੋ ਗਏ। ਅਗਲੇ ਐਤਵਾਰ ਪ੍ਰੋਫੈਸਰ ਮਾਂਗਟ, ਦਲਜਿੰਦਰ, ਨੀਰਜਾ ਸੂਦ, ਡਾਕਟਰ ਰੋਸ਼ਨ ਲਾਲ ਸੂਦ, ਸੁਖਦਿਆਲ ਸਿੰਘ ਭੱਟੀ ਤੇ ਪਰਿਵਾਰ ਦੇ 5 ਹੋਰ ਮੈਂਬਰਾਂ ਸਮੇਤ ਦੀਦਾਰ ਦੇ ਸਾਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਸਵੇਰੇ 10:30 ਵਜੇ ਪਿੰਡ ਕਾਲੇ ਝਾੜ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਏ। ਸਰਦਾਰ ਅਜੀਤ ਸਿੰਘ, ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਧਾਲੀਵਾਲ ਤੇ ਪਿੰਡ ਦੇ ਹੋਰ ਪਤਵੰਤਿਆਂ ਨੇ ਬਰਾਤ ਵਿੱਚ ਸ਼ਾਮਲ ਸੱਜਣਾਂ ਦਾ ਸਵਾਗਤ ਕੀਤਾ। ਗੁਰੂ ਘਰ ਵਿੱਚ ਹੀ ਇੱਕ ਪਾਸੇ ਆਏ ਮਹਿਮਾਨਾਂ ਲਈ ਚਾਹ, ਮਠਿਆਈ, ਪਕੌੜਿਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਦੋਵਾਂ ਪਾਸਿਆਂ ਤੋਂ ਸ਼ਾਮਲ ਲੋਕਾਂ ਨੇ ਇਕੱਠਿਆਂ ਹੀ ਚਾਹ ਤੇ ਮਠਿਆਈ ਦਾ ਆਨੰਦ ਮਾਣਿਆ। 11:30 ਵਜੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨੀਏ ਸਿੰਘਾਂ ਨੇ ਰਸ ਭਿੰਨੇ ਕੀਰਤਨ ਦੀ ਧੁਨੀ ਰਾਹੀਂ ਸਾਰਿਆਂ ਨੂੰ ਨਿਹਾਲ ਕੀਤਾ। ਇਸ ਸਮੇਂ ਦੌਰਾਨ ਪੱਟੀ ਤੇ ਬੀਬਾ ਬਰਿੰਦਰ ਨਵੇਂ ਜੋੜੇ ਵਿੱਚ ਸੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਮਸਕਾਰ ਕਰਕੇ ਬੈਠ ਗਏ। ਪਿੰਡ ਦੇ ਵੱਡੇ ਜ਼ਿਮੀਂਦਾਰ ਸਰਦਾਰ ਅਜੀਤ ਸਿੰਘ ਨੇ ਆਪਣੀ ਧੀ ਬਰਿੰਦਰ ਦਾ ਪੱਲਾ ਫੜ ਕੇ ਦੀਦਾਰ ਦੇ ਹੱਥ ਵਿੱਚ ਦੇ ਦਿੱਤਾ। ਇਸ ਤੋਂ ਪਿੱਛੋਂ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਦਰਸ਼ਨ ਸਿੰਘ ਖਾਲਸਾ ਨੇ 4 ਲਾਵਾਂ ਦਾ ਪਾਠ ਕੀਤਾ। ਹਰ ਲਾਮ ਦੇ ਪਾਠ ਉਪਰੰਤ ਨਾਲੋਂ ਨਾਲ ਕੀਰਤਨੀਏ ਸਿੰਘ ਵੀ ਗਾ ਕੇ ਕੀਰਤਨ ਕਰਦੇ ਰਹੇ। 4 ਲਾਵਾਂ ਪੜ੍ਹਨ ਉਪਰੰਤ ਰਾਗੀ ਸਿੰਘਾਂ ਨੇ ਵਿਆਹ ਹੋਇਆ ਮੇਰੇ ਬਾਬਲਾ ਸ਼ਬਦ ਗਾਇਆ। ਅੰਤ ਵਿੱਚ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਦੀਆਂ 6 ਪੌੜੀਆਂ ਦਾ ਪਾਠ ਗਾ ਕੇ ਕੀਤਾ ਗਿਆ। ਅਰਦਾਸ ਉਪਰੰਤ ਸਾਰਿਆਂ ਨੂੰ ਗੁਰੂ ਕੀ ਦੇਗ ਵਰਤਾਈ ਗਈ। ਦੇਗ ਵਰਤਾਉਣ ਉਪਰੰਤ ਪਿੰਡ ਦੇ ਸਰਪੰਚ ਧਾਲੀਵਾਲ ਨੇ ਸਾਰਿਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਾ ਹਾਂ। ਇਸ ਪਿੰਡ ਦਾ ਮੁਖੀ ਹੋਣ ਦੇ ਨਾਤੇ ਨਵੀਂ ਵਿਆਹੀ ਸੁਭਾਗੀ ਜੋੜੀ ਨੂੰ ਵਿਆਹ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਸਾਡੇ ਪਿੰਡ ਦੇ ਧਨੀ ਤੇ ਵੱਡੇ ਜ਼ਿਮੀਂਦਾਰ ਸਰਦਾਰ ਅਜੀਤ ਸਿੰਘ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ, ਜਿਨ੍ਹਾਂ ਨੇ ਆਪਣੇ ਪੁੱਤਰ ਦੇ ਵਿਛੋੜੇ ਦੇ ਦੁੱਖਾਂ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੀ ਨੂੰਹ ਨੂੰ ਧੀ ਬਣਾ ਕੇ ਉਸ ਦੇ ਵਿਆਹ ਦਾ ਕਾਜ ਰਚਾਇਆ ਹੈ। ਆਪਣੇ ਹੱਥੀਂ ਕੰਨਿਆਦਾਨ ਕੀਤਾ ਹੈ। ਅਜਿਹਾ ਕਰਕੇ ਸਰਦਾਰ ਸਾਹਿਬ ਨੇ ਸਾਡੇ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀਆਂ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਿਆ ਹੈ। ਉਹਨਾਂ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ। ਆਪਣੇ ਘਰ ਵਿੱਚ ਵਿਆਹ ਕੇ ਲਿਆਂਦੀ ਲੜਕੀ ਸਾਡੀ ਨੂੰਹ ਹੀ ਨਹੀਂ ਹੁੰਦੀ, ਸਗੋਂ ਧੀ ਵੀ ਹੁੰਦੀ ਆ। ਸਰਦਾਰ ਵੱਲੋਂ ਕੀਤੇ ਇਸ ਮਹਾਨ ਕਾਰਜ ਲਈ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਤੇ ਹਮੇਸ਼ਾ ਲਈ ਮਾਣ ਕਰਦੇ ਰਹਾਂਗੇ। ਇਸ ਦੇ ਨਾਲ ਹੀ ਸਾਡੇ ਪਿੰਡ ਦਾ ਮਾਣ ਸਾਡੀ ਧੀ ਬਰਿੰਦਰ ਨੂੰ ਵੀ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਉਸਨੇ ਆਪਣੇ ਜਨਮਦਾਤਿਆਂ ਦਾ ਮਾਣ ਤਾਂ ਕਾਇਮ ਰੱਖਿਆ ਹੀ ਆ, ਸਗੋਂ ਆਪਣੇ ਇਸ ਸਹੁਰੇ ਪਿੰਡ ਕਾਲੇ ਝਾੜ ਵਿੱਚ ਆ ਕੇ ਆਪਣੀ ਸੱਸ ਮਾਂ ਦਾ, ਆਪਣੇ ਬਾਪੂ ਜੀ ਦਾ ਤੇ ਸਮੁੱਚੇ ਪਿੰਡ ਦਾ ਮਾਣ ਬਣਾਈ ਰੱਖਿਆ। ਮੈਂ ਸਮਝਦਾ ਕਿ ਜੇਕਰ ਬੇਟੀ ਬਰਿੰਦਰ ਵਰਗੀਆਂ ਧੀਆਂ ਸਾਡੇ ਘਰਾਂ ਵਿੱਚ ਜਨਮ ਲੈਣ ਤਾਂ ਮਾਪਿਆਂ ਨੂੰ ਧੀਆਂ ਕਦੇ ਵੀ ਬੋਝ ਨਾ ਜਾਪਣ। ਆਖਰ ਵਿੱਚ ਨਵੀਂ ਵਿਆਹੀ ਜੋੜੀ ਨੂੰ ਇੱਕ ਵਾਰੀ ਫੇਰ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਮੈਂ ਬਰਾਤ ਵਿੱਚ ਆਏ ਸਾਰੇ ਸੱਜਣਾਂ ਦਾ, ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਰਾਗੀ ਸਿੰਘਾਂ ਦਾ, ਗ੍ਰੰਥੀ ਸਾਹਿਬ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਉਪਰੰਤ ਸਾਰਿਆਂ ਨੇ ਰਲ ਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪੰਗਤਾਂ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ। ਅਜੀਤ ਸਿੰਘ ਤੇ ਸੁਖਦਿਆਲ ਸਿੰਘ ਭੱਟੀ ਨੇ 21,000 ਰੁਪਏ ਗੁਰੂ ਦੀ ਗੋਲਕ ਵਿੱਚ ਪਾਈ। ਸਰਦਾਰਨੀ ਤੇ ਸਰਦਾਰ ਅਜੀਤ ਸਿੰਘ, ਕਰਤਾਰ ਸਿੰਘ ਸੂਹੀ, ਗੁਰਨਾਮ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਬਰਿੰਦਰ ਦੀ ਡੋਲੀ ਨੂੰ ਗੁਰੂ ਘਰ ਵਿੱਚੋਂ ਵਿਦਾ ਕੀਤਾ। ਪਿੰਡ ਕਾਲੇ ਝਾੜ ਤੋਂ ਭੱਟੀ ਆਪਣੇ ਪੁੱਤਰ ਦੀਦਾਰ ਸਿੰਘ ਨੂੰ ਵਿਆਹ ਕੇ ਵਾਪਸ ਜਾਂਦੇ ਹੋਏ ਬੜੇ ਮਾਣ ਨਾਲ ਭਰੇ ਹੋਏ ਗੱਲਾਂ ਕਰਦੇ ਜਾ ਰਹੇ ਸਨ। ਡੋਲੀ ਵਾਲੀ ਕਾਰ ਵਿੱਚ ਅਗਲੀ ਸੀਟ ਤੇ ਬੈਠੀ ਮਾਂਗਟ ਮੈਡਮ ਨੇ ਆਪਣੀ ਚੰਨ ਵਰਗੀ ਭਾਬੀ ਨੂੰ ਪੁੱਛਿਆ, ਮੈਡਮ, ਹੁਣ ਮੈਂ ਤੁਹਾਨੂੰ ਮੈਡਮ ਬਰਿੰਦਰ ਕੌਰ ਕਹਿ ਕੇ ਬੁਲਾਵਾਂ ਜਾਂ ਭਾਬੀ ਕਹਿ ਕੇ ਬੁਲਾਵਾਂ? ਨਵੀਂ ਵਿਓਲੀ ਨੇ ਥੋੜਾ ਜਿਹਾ ਸ਼ਰਮਾਉਂਦਿਆਂ ਆਖਿਆ, ਤੁਸੀਂ ਸਾਡੇ ਤੋਂ ਬਹੁਤ ਵੱਡੇ ਹੋ। ਵੱਡੇ ਤਾਂ ਛੋਟਿਆਂ ਨੂੰ ਬੇਸ਼ੱਕ ਜਿਸ ਨਾਮ ਨਾਲ ਵੀ ਬੁਲਾਉਣ, ਉਹਦੇ ਵਿੱਚ ਪਿਆਰ, ਨਿੱਘ, ਮੋਹ ਹੀ ਭਰਿਆ ਹੁੰਦਾ ਹੈ ਜੀ। ਆਪਣੀ ਭਾਬੀ ਦਾ ਬਹੁਤ ਹੀ ਪਿਆਰਾ ਤੇ ਭਾਵਪੂਰਤ ਉੱਤਰ ਸੁਣ ਕੇ ਮਾਂਗਟ ਨੂੰ ਬੇਹੱਦ ਖੁਸ਼ੀ ਹੋਈ। ਫਿਰ ਉਸਨੇ ਆਪਣੇ ਨਿੱਕੇ ਵੀਰ ਭੱਟੀ ਨੂੰ ਛੇੜਦਿਆਂ ਹੋਇਆਂ ਪੁੱਛਿਆ, ਕਿਉਂ ਵੀਰ, ਹੁਣ ਤਾਂ ਤੂੰ ਬਹੁਤ ਖੁਸ਼ ਹੈ ਨਾ? ਤੈਨੂੰ ਤੇਰੀ ਮਨਪਸੰਦ ਜੀਵਨ ਸਾਥੀ ਮਿਲੀ ਆ। ਨਾਲ ਹੀ ਉਹ ਆਪਣੀ ਭਾਬੀ ਨੂੰ ਵੀ ਕਹਿਣ ਲੱਗੀ, ਬਰਿੰਦਰ, ਲਗਭਗ 1 ਸਾਲ ਹੋ ਚੱਲਿਆ,
ਜਦੋਂ ਦਾ ਦੀਦਾਰ ਮੇਰੇ ਖਹਿੜੇ ਪਿਆ ਹੋਇਆ। ਦੀਦੀ, ਮੈਨੂੰ ਤਾਂ ਸਾਡੇ ਸਕੂਲ ਵਾਲੀ ਅੰਗਰੇਜ਼ੀ ਮਿਸਟਰੈਸ ਮੈਡਮ ਬਰਿੰਦਰ ਕੌਰ ਹੀ ਪਸੰਦ ਆ। ਮੈਂ ਵੀ ਸੋਚਾਂ ਕਿ ਅੰਗਰੇਜ਼ੀ ਮਿਸਟਰੈਸ ਵਿੱਚ ਅਜਿਹੀ ਕਿਹੜੀ ਖੂਬੀ ਆ ਕਿ ਮੇਰਾ ਵੀਰ ਉਸ ਕੁੜੀ ਪਿੱਛੇ ਝੱਲਾ ਹੋਇਆ ਪਿਆ। ਜਦੋਂ ਮੈਂ ਤੈਨੂੰ ਪ੍ਰਿੰਸੀਪਲ ਨੀਰਜਾ ਦੇ ਦਫ਼ਤਰ ਵਿੱਚ ਪਹਿਲੀ ਵਾਰ ਵੇਖਿਆ ਸੀ, ਮੈਂ ਤਾਂ ਉਦੋਂ ਤੈਨੂੰ ਵੇਖ ਕੇ ਹੈਰਾਨ ਹੀ ਰਹਿ ਗਈ ਸੀ। ਮੈਂ ਆਪਣੇ ਮਨ ਵਿੱਚ ਸੋਚਿਆ ਸੀ ਕਿ ਵਾਕਈ ਇਹ ਕੁੜੀ ਤਾਂ ਸੱਚਮੁੱਚ ਹੀ ਹੁਸਨ ਪਰੀ ਆ। ਬਰਿੰਦਰ, ਸੱਚਮੁੱਚ ਸਾਡੇ ਸਾਰੇ ਖਾਨਦਾਨ ਵਿੱਚ ਤੇਰੇ ਜਿਹੀ ਸੁੰਦਰ, ਸੋਹਣੀ ਸੂਰਤ ਵਾਲੀ ਪਿਆਰੀ ਕੁੜੀ ਕੇਵਲ ਤੂੰ ਹੀ ਆ। ਮੈਨੂੰ ਵੀ ਸਦਾ ਇਹ ਮਾਣ ਰਹੇਗਾ ਕਿ ਮੇਰੀ ਭਾਬੀ ਸਾਰਿਆਂ ਦੀਆਂ ਭਾਬੀਆਂ ਤੋਂ ਸੋਹਣੀ ਆ। ਆਪਣੇ ਬਾਰੇ ਇੰਨੀ ਵਡਿਆਈ ਸੁਣ ਕੇ ਬਰਿੰਦਰ ਨੂੰ ਬਹੁਤ ਚੰਗਾ ਲੱਗਿਆ। ਮਾਡਲ ਟਾਊਨ ਪਟਿਆਲਾ ਵਾਲੀ ਕੋਠੀ ਵਿੱਚ ਨਵੀਂ ਵਿਆਹੀ ਸੁਭਾਗੀ ਜੋੜੀ ਦਾ ਸਾਰਿਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਪੱਟੀ ਤੇ ਉਹਦੀ ਨਵੀਂ ਵਿਆਹੀ ਵਹੁਟੀ ਬਰਿੰਦਰ ਅਗਲੇ ਦਿਨ ਸਵੇਰੇ ਹੀ ਹਨੀਮੂਨ ਮਨਾਉਣ ਲਈ ਮਨਸੂਰੀ ਨੂੰ ਚੱਲ ਪਈ। ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ? ਚੰਗੀ ਲੱਗੀ ਤਾਂ ਇੱਕ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਤੇ ਇਸ ਤਰ੍ਹਾਂ ਦੇ ਕੀਤੇ ਕੰਨਿਆਦਾਨ ਬਾਰੇ ਤੁਹਾਡਾ ਕੀ ਕਹਿਣਾ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਉਡੀਕ ਰਹੇਗੀ। ਸੁਝਾਅ ਵੀ ਸਮੇਂ-ਸਮੇਂ ਤੇ ਦਿੰਦੇ ਰਹਿਣਾ। ਧੰਨਵਾਦ।